ਵੈਲਕਮ ਟੂ ਡੀ ਅਕੈਡਮੀ। ਆਪਾਂ ਪਹਿਲਾਂ 10 ਗੁਰੂਆਂ ਤੱਕ ਕੱਲ੍ਹ ਦੀ ਪਿਛਲੇ ਪ੍ਰੀਵੀਅਸ ਲੈਕਚਰ ਵਿੱਚ ਦੇਖ ਲਿਆ ਸੀ, ਅਤੇ ਨਾਲ ਆਪਾਂ 11th ਗੁਰੂ ਗ੍ਰੰਥ ਸਾਹਿਬ ਬਾਰੇ ਵੀ ਸਿੱਖੀਜ਼ਮ ਦੇ ਵਿੱਚ ਜਾਣਕਾਰੀ ਹਾਸਲ ਕਰ ਲਈ ਸੀ। ਸੋ ਅੱਜ ਆਪਾਂ ਸਟਾਰਟ ਕਰਾਂਗੇ ਜੋ 10th ਗੁਰੂ ਤੋਂ ਬਾਅਦ ਆਪਣੇ ਲਈ ਇੱਕ ਪ੍ਰੋਮੀਨੈਂਟ ਨੇਮ ਆਉਂਦਾ ਸਿੱਖੀਜ਼ ਦੇ ਵਿੱਚ, ਬੰਦਾ ਸਿੰਘ ਬਹਾਦਰ ਦਾ। ਬੰਦਾ ਸਿੰਘ ਬਹਾਦਰ ਸਿੱਖੀਜ਼ਮ ਦੇ ਵਿੱਚ ਪਹਿਲਾ ਇੱਕ ਇੱਦਾਂ ਦਾ ਲੀਡਰ ਹੋਇਆ ਜਿਸਨੇ ਕਿ ਚਾਹੇ ਸ਼ਾਰਟ ਟਰਮ ਦੇ ਲਈ ਜਾਂ ਟੈਂਪਰੇਰਲੀ ਇੱਕ ਰੂਲਿੰਗ ਏਰੀਆ ਇਸਨੇ ਸਿੱਖੀਜ਼ਮ ਦੇ ਅੰਡਰ ਲਿਆਤਾ। ਚਾਹੇ ਛੋਟਾ ਏਰੀਆ ਸੀ ਉਹ, ਚਾਹੇ ਸ਼ਾਰਟ ਟਾਈਮ ਦੇ ਲਈ ਰਿਹਾ, ਬਟ ਇੱਦਾਂ ਦਾ ਇੱਕ ਪਹਿਲਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਪਹਿਲਾ ਬਾਦਸ਼ਾਹ ਸੀ ਜੋ ਬੰਦਾ ਬਹਾਦਰ, ਉਸਨੂੰ ਇੱਕ ਟਾਈਟਲ ਦਿੱਤਾ ਜਾ ਸਕਦਾ ਜਿਸ ਹਿਸਾਬ ਨਾਲ ਉਸਨੇ ਕਮਾਂਡਿੰਗ ਕੀਤੀ। ਬੰਦਾ ਬਹਾਦਰ ਸੀ ਕੌਣ? ਬੰਦਾ ਬਹਾਦਰ ਦਾ ਜੋ ਰੀਅਲ ਨੇਮ ਸੀ ਉਹ ਸੀ ਲਛਮਣ ਦਾਸ। ਲਛਮਣ ਦਾਸ ਇਸ ਦਾ ਰੀਅਲ ਨੇਮ ਸੀਗਾ, ਅਤੇ ਇਹ 1670 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ, 27 ਦਸੰਬਰ 1670। ਰਾਜੌਰੀ ਜੋ ਪੁੰਛ ਡਿਸਟ੍ਰਿਕਟ ਹੈ ਕਸ਼ਮੀਰ ਦੇ ਵਿੱਚ, ਰਾਜੌਰੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਬੰਦਾ ਬਹਾਦਰ ਲਛਮਣ ਦਾਸ ਤੋਂ ਮਾਧੋ ਦਾਸ ਕਿਸ ਤਰ੍ਹਾਂ ਬਣੇ? ਸ਼ਿਕਾਰ ਖੇਡ ਰਹੇ ਸੀ ਇੱਕ ਦਿਨ, ਇਹ ਸ਼ਿਕਾਰ 'ਤੇ ਗਏ ਹੋਏ ਸੀ, ਅਤੇ ਸ਼ਿਕਾਰ ਕਰਦੇ ਸਮੇਂ ਜੋ ਇੱਕ ਹਿਰਨੀ ਸੀ ਉਹਨਾਂ ਦੇ ਇਸਨੇ ਤੀਰ ਮਾਰਿਆ, ਅਤੇ ਉਹ ਹਿਰਨੀ ਪ੍ਰੈਗਨੈਂਟ ਸੀ, ਅਤੇ ਜਦੋਂ ਉਹਨੂੰ ਪਤਾ ਲੱਗਿਆ ਕਿ ਇਹ ਹਿਰਨੀ ਦੇ ਪੇਟ ਦੇ ਵਿੱਚ ਬੱਚਾ ਸੀ ਅਤੇ ਉਸਦੀ ਡੈਥ ਹੋ ਗਈ, ਤਾਂ ਉਸਦੇ ਵਿੱਚ ਮਨ ਅੰਦਰ ਬਹੁਤ ਹੀ ਜ਼ਿਆਦਾ ਵੈਰਾਗ ਪੈਦਾ ਹੋਇਆ। ਉਹ ਵੈਰਾਗ ਦੇ ਨਾਲ ਬੰਦਾ ਬਹਾਦਰ ਨੇ ਸਭ ਕੁਝ ਛੱਡ ਦਿੱਤਾ, ਅਤੇ ਸਭ ਕੁਝ ਛੱਡ ਕੇ ਇਹ ਵੈਰਾਗੀ ਬਣ ਗਿਆ। ਬਹੁਤ ਹੀ ਜ਼ਿਆਦਾ ਵੈਰਾਗ ਪੈਦਾ ਹੋਇਆ ਅਤੇ ਇਹ ਵੈਰਾਗੀ ਬਣ ਗਿਆ, ਅਤੇ ਇਸਨੇ ਵੈਰਾਗੀ ਜਨਕ ਪ੍ਰਸਾਦ ਨੂੰ, ਵੈਰਾਗੀ ਸੈਕਟ ਸੀ ਜਨਕੀ ਪ੍ਰਸਾਦ, ਉਸਨੂੰ ਇਸਨੇ ਜੁਆਇਨ ਕਰ ਲਿਆ। ਬਟ ਉਸ ਤੋਂ ਬਾਅਦ ਜਨਕੀ ਪ੍ਰਸਾਦ ਦੀ ਡੈਥ ਤੋਂ ਬਾਅਦ ਵੀ ਇਸਨੇ ਯੋਗਾ ਗੁਰੂ ਸੀਗੇ ਇੱਕ, ਉਹਨਾਂ ਦਾ ਨਾਮ ਸੀ ਔਗਰ ਨਾਥ ਆਫ ਨਾਸਿਕ। ਔਗਰ ਨਾਥ ਨਾਸਿਕ ਦੇ ਸੀ ਇਹ, ਇਹਨਾਂ ਨੂੰ ਜੁਆਇਨ ਕਰ ਲਿਆ ਬੰਦਾ ਬਹਾਦਰ ਨੇ। ਉਸ ਤੋਂ ਬਾਅਦ ਲਛਮਣ ਦਾਸ ਦਾ ਨਾਂ ਬਣ ਕੇ ਮਾਧੋ ਦਾਸ ਬਣ ਗਏ। ਲਛਮਣ ਦਾਸ ਤੋਂ ਇਹ ਮਾਧੋ ਦਾਸ ਇਹਨਾਂ ਦਾ ਨਾਂ ਪ੍ਰਚਲਿਤ ਹੋਇਆ। ਇਸ ਤੋਂ ਬਾਅਦ ਜੀ 1708 ਦੇ ਵਿੱਚ ਜਿੱਦਾਂ ਆਪਾਂ ਦੇਖਿਆ, ਗੁਰੂ ਗੋਬਿੰਦ ਸਿੰਘ ਸੀਗੇ ਜੋ ਨਾਂਦੇੜ ਵੱਲ ਗਏ ਸੀ। ਉਹ ਨਾਂਦੇੜ ਪਹੁੰਚ ਕੇ ਉਹ ਬੰਦਾ ਬਹਾਦਰ ਨੇ, ਮਾਧੋ ਦਾਸ ਨੇ ਆਪਣਾ ਇੱਕ ਡੇਰਾ ਬਣਾਇਆ ਹੋਇਆ ਸੀ ਖੁਦ, ਜਿੱਥੇ ਉਹ ਸਾਰੇ ਤਰ੍ਹਾਂ ਦੇ ਯੋਗਾ ਵਗੈਰਾ ਕਰਦੇ ਸੀ, ਰਹਿੰਦਾ ਸੀ। ਅਤੇ ਉਹ ਉੱਥੇ ਨਹੀਂ ਸੀ ਉਸ ਟਾਈਮ ਜਦੋਂ ਗੁਰੂ ਗੋਬਿੰਦ ਸਿੰਘ ਪਹੁੰਚੇ, ਤਾਂ ਉਹਨਾਂ ਨੇ ਉਸ ਡੇਰੇ ਦੇ ਵਿੱਚ ਬੈਠੇ, ਅਤੇ ਇਹਨਾਂ ਦੀ ਜੋ ਮੁਲਾਕਾਤ ਹੋਈ, ਉਸ ਤੋਂ ਬਾਅਦ ਜੋ ਡਿਸਕਸ਼ਨ ਹੋਈ, ਜੋ ਵੀ ਹੋਇਆ ਰਿਲੀਜੀਅਸ ਗੱਲਾਂ ਨੇ, ਉਹ ਆਪਾਂ ਫੈਕਚੁਅਲ ਰਹੀਏ ਤਾਂ ਬੰਦਾ ਬਹਾਦਰ ਕੀ ਸੀਗੇ, ਸਿੱਖੀਜ਼ਮ ਦੇ ਵਿੱਚ ਕਨਵਰਟ ਹੋ ਗਏ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਤੋਂ ਬਾਅਦ। ਕਨਵਰਟ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਸਾਰੀ ਸਟੋਰੀ ਦੱਸੀ, ਜੋ ਵੀ ਕੁਛ ਹੋਇਆ, ਜਿਵੇਂ ਵੀ ਹੋਇਆ ਉਹਨਾਂ ਨੂੰ, ਅਤੇ ਨਾਲ ਉਹਨਾਂ ਨੂੰ 5 ਤੀਰ ਦਿੱਤੇ, ਅਤੇ ਨਾਲ ਉਹਨਾਂ ਦੇ ਇੱਕ 5 ਮੈਂਬਰੀ ਕੌਂਸਲ ਕਮੇਟੀ ਵੀ ਭੇਜੀ, ਨਾਲ ਉਹਨਾਂ ਨੂੰ ਪੱਤਰ ਵੀ ਲਿਖ ਕੇ ਭੇਜੇ ਆਪਣੀ ਮੋਹਰ ਦੇ ਕਿ ਤੁਸੀਂ ਪੰਜਾਬ ਵੱਲ ਜਾਓ, ਪੰਜਾਬ ਜਾ ਕੇ ਤੁਸੀਂ ਇੱਦਾਂ ਕਰਕੇ ਵਜ਼ੀਰ ਖਾਨ ਸੀ, ਤੁਸੀਂ ਉਸ ਤੋਂ ਰਿਵੈਂਜ ਲੈਣਾ ਹੈ, ਅਤੇ ਲੋਕਾਂ ਨੂੰ ਜਾਂ ਜੋ ਸਿੱਖੀਜ਼ਮ ਨਾਲ ਹੋਇਆ ਧੱਕਾ ਹੋਇਆ ਉਸਦਾ ਇੱਕ ਤੁਸੀਂ ਹਿਸਾਬ ਕਿਤਾਬ ਲੈਣਾ ਹੈ। ਅਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਮਿਲਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਇਹਨੇ ਮਾਧੋ ਦਾਸ ਨੂੰ ਬਦਲ ਦਿੱਤਾ ਸੀ ਗੁਰਬਖਸ਼ ਸਿੰਘ। ਗੁਰਬਖਸ਼ ਸਿੰਘ ਨਾਮ ਦਿੱਤਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਨੇ, ਬਟ ਬਾਅਦ ਦੇ ਵਿੱਚ ਇਹ ਚੱਲ ਕੇ ਪ੍ਰਚਲਿਤ ਹੋਏ ਬੰਦਾ ਸਿੰਘ ਦੇ ਨਾਲ। ਨਾਮ ਇਹਨਾਂ ਦਾ ਜੋ ਮਸ਼ਹੂਰ ਹੋਇਆ ਉਹ ਬੰਦਾ ਸਿੰਘ ਹੈ, ਅਤੇ ਬੰਦਾ ਸਿੰਘ ਬਹਾਦਰ ਇਹਨਾਂ ਦੀ ਦਲੇਰੀ ਦੇ ਕਾਰਨ ਇਹਨਾਂ ਨੂੰ ਕਿਹਾ ਜਾਣ ਲੱਗਿਆ। ਜੋ ਉਸ ਟਾਈਮ ਇਹਨਾਂ ਦੇ ਨਾਲ ਆਏ ਸੀ ਜੀ, 5 ਤੀਰ ਸੀ, ਇੱਕ ਡਰਮ ਦਿੱਤਾ ਸੀ, ਇੱਕ ਬੈਨਰ ਦਿੱਤਾ ਸਿੱਖੀਜ਼ਮ ਦਾ ਨਾਲ ਇਹਨਾਂ ਨੂੰ, ਅਤੇ ਨਾਲ ਇਹਨਾਂ ਦੇ ਕਾਊਂਸਲ ਆਫ ਜਿਹੜੀ 5 ਜਣਿਆਂ ਦੀ ਸਿੱਖ ਕਾਊਂਸਲ ਜਾਂ 5 ਜਣਿਆਂ ਦੀ ਕਮੇਟੀ ਇਹਨਾਂ ਦੇ ਨਾਲ ਭੇਜੀ ਸੀ ਡਿਸੀਜ਼ਨਸ ਦੇ ਲਈ, ਬੰਦਾ ਸਿੰਘ ਬਹਾਦਰ ਨੂੰ ਹੈਲਪ ਕਰਨ ਦੇ ਲਈ। ਉਹ ਸੀਗੇ ਵਿਨੋਦ ਸਿੰਘ, ਕਾਹਨ ਸਿੰਘ, ਬਾਜ ਸਿੰਘ, ਦਿਆ ਸਿੰਘ ਅਤੇ ਰਾਮ ਸਿੰਘ। ਇਹ ਤੁਸੀਂ ਨੋਟ ਡਾਊਨ ਕਰ ਸਕਦੇ ਹੋ, ਕਈ ਵਾਰ ਟਫ ਲੈਵਲ 'ਤੇ ਕੁਐਸਚਨ ਇਹਨਾਂ ਦਾ ਬਣ ਸਕਦਾ। ਇਹ 5 ਮੈਂਬਰੀ ਕਮੇਟੀ ਉਹਨਾਂ ਦੇ ਨਾਲ ਭੇਜੀ। ਉਸ ਤੋਂ ਬਾਅਦ ਸਾਊਥ ਤੋਂ ਉੱਪਰ ਵੱਲ ਆਉਂਦੇ ਹੋਏ ਬੰਦਾ ਸਿੰਘ ਬਹਾਦਰ ਜਿਸ ਸਥਾਨ 'ਤੇ ਆਉਂਦੇ ਗਏ, ਜਿੱਥੇ ਇਹਨਾਂ ਨੇ ਜੋ ਲੈਟਰ ਸੀਗੇ ਭੇਜੇ ਹੋਏ ਸੀ ਜਾਂ ਪੱਤਰ ਸਿੱਖਾਂ ਨੂੰ ਭੇਜੇ, ਜਿਹੜੇ ਨੂੰ ਮਿਲੇ ਉਹ ਨਾਲ ਸਿੱਖ ਜੁੜਦੇ ਗਏ, ਅਤੇ ਥੋੜ੍ਹੇ ਤੋਂ ਵੱਧ ਇਹਨਾਂ ਦੀ ਤਾਦਾਦ ਇੱਕ ਫੌਜ ਦੇ ਵਿੱਚ ਡਿਵੈਲਪ ਹੁੰਦੀ ਗਈ। ਬੰਦਾ ਬਹਾਦਰ ਜਿਸ ਵੀ ਰਸਤੇ ਦੇ ਵਿੱਚ ਜਾਣ ਲੱਗਿਆ, ਜਿੱਥੇ ਵੀ ਮੇਨ ਇਹਨਾਂ ਨੂੰ ਆਬਸਟੈਕਲ ਆਈਆਂ ਜਾਂ ਰੁਕਾਵਟ ਆਈਆਂ ਜੀ, ਜਿੱਥੇ ਵੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਾਵਰ ਇੰਨੀ ਜ਼ਿਆਦਾ ਡਿਵੈਲਪ ਹੋਈ ਬੰਦਾ ਬਹਾਦਰ ਦੀ ਚੱਲਦੇ ਹੋਏ
कि ਜਿਹੜੇ ਵੀ ਰਸਤਾ ਜਿਹੜਾ ਵੀ ਸ਼ਹਿਰ ਰਸਤੇ ਦੇ ਵਿੱਚ ਆਉਂਦਾ ਉਸ ਨੂੰ ਇਹ ਤਬਾਹ ਕਰਦੇ ਜਾਂਦੇ ਸਨ। ਬੰਦਾ ਬਹਾਦਰ ਚੱਲਦੇ ਹੋਏ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਸਰਹੰਦ, ਸਮਾਣਾ, ਘੁਰਮ, ਠਸਕਾ, ਸ਼ਾਹਬਾਦ, ਮੁਸਤਫਾਬਾਦ, ਕਪੂਰੀ ਇਹ ਸਾਰੇ ਕੈਪਚਰ ਕੀਤੇ। ਉਸ ਤੋਂ ਬਾਅਦ ਜੀ ਉਹ ਸਧੌੜਾ ਆਏ। ਸਧੌੜਾ ਆ ਕੇ ਉਹਨਾਂ ਨੇ ਚੀਫ ਉਸਮਾਨ ਖਾਨ ਨਾਮ ਦਾ ਬੰਦਾ ਸੀ, ਉਸਮਾਨ ਖਾਨ, ਉਸਨੇ ਕੀ ਕੀਤਾ ਕਿ ਸੈਯਦ ਬੁੱਧੂ ਸ਼ਾਹ ਕੌਣ ਸੀਗੇ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਇੱਕ ਫਰੈਂਡ ਸੀ ਅਤੇ ਗੁਰੂ ਗੋਬਿੰਦ ਸਿੰਘ ਦੇ ਉਹਨਾਂ ਨੇ ਫਰੈਂਡ ਵੀ ਹੈਲਪ ਵੀ ਕੀਤੀ ਸੀ ਲੜਾਈ ਦੇ ਟਾਈਮ 'ਤੇ। ਉਹਨਾਂ ਨੂੰ ਟੌਰਚਰ ਕਰਕੇ ਪੀਰ ਬੁੱਧੂ ਸ਼ਾਹ ਨੂੰ ਮਾਰਿਆ ਸੀ ਉਸਨੇ, ਉਸਮਾਨ ਖਾਨ ਨੇ। ਬੰਦਾ ਸਿੰਘ ਬਹਾਦਰ ਨੇ ਉਸਨੂੰ ਮਾਰ ਦਿੱਤਾ, ਮੌਤ ਦੇ ਘਾਟ ਉਤਾਰ ਦਿੱਤਾ, ਉਸ ਦਾ ਬਦਲਾ ਲਿਆ। ਉਸ ਤੋਂ ਬਾਅਦ ਸਰਹੰਦ ਦਾ ਜੋ ਵਜ਼ੀਰ ਸੀਗਾ, ਵਜ਼ੀਰ ਖਾਨ, ਜੋ ਆਪਣੇ ਲਈ ਇੱਕ ਨਾਮ ਚੱਲਦਾ ਆ ਰਿਹਾ ਸੀਗਾ, ਗੁਰੂ ਗੋਬਿੰਦ ਸਿੰਘ ਨੂੰ ਆਪਾਂ ਜਦ ਰੀਡ ਕਰਤਾ ਤਾਂ ਵਜ਼ੀਰ ਖਾਨ ਨਾਮ ਆਪਣੇ ਲਈ ਬਾਰ-ਬਾਰ ਅੱਗੇ ਆ ਰਿਹਾ ਸੀ। ਵਜ਼ੀਰ ਖਾਨ ਨਾਲ ਬੰਦਾ ਸਿੰਘ ਬਹਾਦਰ ਦੀ ਸਰਹੰਦ ਦੇ ਜੋ ਕਿਲੇ ਦੇ ਲਈ ਲੜਾਈ ਹੋਈ, ਉਹ ਲੜਾਈ ਹੋਈ ਚੱਪੜ ਚਿੜੀ ਦੇ ਸਥਾਨ 'ਤੇ। ਇਹਨੂੰ ਬੈਟਲ ਆਫ ਚੱਪੜ ਚਿੜੀ ਵੀ ਬੋਲਿਆ ਜਾਂਦਾ। ਚੱਪੜ ਚਿੜੀ 'ਤੇ 12 ਮਈ 1710 ਇੱਥੇ ਇਹਨਾਂ ਦੀ ਲੜਾਈ ਹੋਈ ਚੱਪੜ ਚਿੜੀ ਦੇ ਸਥਾਨ 'ਤੇ। ਅਤੇ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਹਰਾ ਦਿੱਤਾ, ਉਹਦੀਆਂ ਫੌਜਾਂ ਨੂੰ ਹਰਾ ਦਿੱਤਾ ਅਤੇ ਸਰਹੰਦ ਦੇ ਉੱਪਰ ਕਬਜ਼ਾ ਕਰ ਲਿਆ। ਕਬਜ਼ਾ ਕਰਨ ਤੋਂ ਬਾਅਦ ਇਹਨਾਂ ਨੇ ਕੀਤਾ, ਜੋ ਵਜ਼ੀਰ ਖਾਨ ਸੀ ਉਸ ਨੂੰ ਬਹੁਤ ਹੀ ਜਿਸ ਹਿਸਾਬ ਦਾ ਉਹਨੇ ਦੂਸਰਿਆਂ ਨੂੰ ਟਰੀਟ ਕੀਤਾ ਸੀ ਉਸ ਤਰ੍ਹਾਂ ਟਰੀਟ ਕੀਤਾ ਗਿਆ ਕਿ ਭਾਵ ਉਹਦੇ ਨੱਕ ਦੇ ਵਿੱਚ ਨਕੇਲਾਂ ਪਾ ਕੇ ਪੂਰੇ ਸਰਹੰਦ ਦੇ ਵਿੱਚ ਗੇੜੇ ਦਵਾਏ ਗਏ, ਘਸੀਟਿਆ ਗਿਆ ਉਹਨੂੰ, ਕਿ ਪੂਰਾ ਉਸ ਨੂੰ ਬੇਇੱਜ਼ਤ ਕੀਤਾ ਗਿਆ। ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਸਮਾਣਾ ਦੇ ਵਿੱਚ ਵੀ ਜੋ ਸਮਾਣੇ ਦਾ ਜਲਾਦ ਸੀ ਜਿਸਨੇ ਗੁਰੂ ਤੇਗ ਬਹਾਦਰ ਜੀ ਦਾ ਸਿਰ ਕਲਮ ਕੀਤਾ ਸੀ, ਉਸ ਨੂੰ ਵੀ ਸਮਾਣੇ ਦੇ ਵਿੱਚ ਇਸ ਤਰ੍ਹਾਂ ਹੀ ਬੰਦਾ ਸਿੰਘ ਬਹਾਦਰ ਨੇ ਉਸ ਦੇ ਨਾਲ ਵਿਵਹਾਰ ਕੀਤਾ ਸੀ, ਇਸੇ ਤਰ੍ਹਾਂ ਹੀ ਉਸ ਨੂੰ ਮਾਰਿਆ ਸੀਗਾ। ਇਸ ਤੋਂ ਬਾਅਦ ਜੀ ਇਹਨਾਂ ਨੇ ਕੀ ਕੀਤਾ, ਬੰਦਾ ਸਿੰਘ ਬਹਾਦਰ ਨੇ ਆ ਕੇ ਚੱਪੜ ਚਿੜੀ ਹੋ ਗਿਆ, ਇੱਦਾਂ ਦਾ ਕਾਫੀ ਜ਼ਿਆਦਾ ਪੰਜਾਬ ਦਾ ਏਰੀਆ ਸੀ, ਸਰਹੰਦ ਇਹਦਾ ਸੂਬਾ ਹੋ ਗਿਆ ਅਤੇ ਉਹਦੇ ਨਾਲ ਲੱਗਦਾ ਕਾਫੀ ਜ਼ਿਆਦਾ ਏਰੀਆ ਇਹਨਾਂ ਨੇ ਕੈਪਚਰ ਕਰ ਲਿਆ ਸੀ ਅਤੇ ਉੱਥੇ ਇਹਨਾਂ ਨੇ ਆਪਣੀ ਅਥੋਰਟੀ ਇਸਟੈਬਲਿਸ਼ ਕਰ ਲਈ, ਆਪਣੀ ਗਵਰਨਮੈਂਟ ਇਸਟੈਬਲਿਸ਼ ਕਰ ਲਈ। ਉਸ ਟਾਈਮ ਦੇ ਉੱਤੇ ਜ਼ਿਮੀਂਦਾਰੀ ਸਿਸਟਮ ਚੱਲਦਾ ਹੁੰਦਾ ਸੀ। ਜ਼ਿਮੀਂਦਾਰੀ ਆਪਾਂ ਅੱਗੇ ਪੜ੍ਹਾਂਗੇ ਵੀ ਕੀ ਸਿਸਟਮ ਸੀ, ਕਿਵੇਂ ਸੀਗਾ ਹਿਸਟਰੀ ਦੇ ਵਿੱਚ। ਉਹ ਜੋ ਚੱਲਦਾ ਹੁੰਦਾ ਸੀ ਤਾਂ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਅਬੋਲਿਸ਼ ਕਰ ਦਿੱਤਾ ਅਤੇ ਨਾਨਕਸ਼ਾਹੀ ਕੈਲੰਡਰ ਉਸ ਨੇ ਲੈ ਕੇ ਆਤਾ ਅਤੇ ਉਹਨਾਂ ਨੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਹੇਠ ਮੋਹਰਾਂ ਵੀ ਚਲਾਈਆਂ। ਬੰਦਾ ਸਿੰਘ ਬਹਾਦਰ ਨੇ ਆਪਣੇ ਜੋ ਵੀ ਰਾਜ ਸੀਗਾ ਉਸ ਦੇ ਵਿੱਚ ਉਹਨਾਂ ਨੇ ਮੋਹਰਾਂ ਚਲਾਈਆਂ ਅਤੇ ਪਰਸ਼ੀਅਨ ਲੈਂਗੁਏਜ ਸੀ, ਜੋ ਫਾਰਸੀ ਸੀ, ਉਹਨੂੰ ਓਫੀਸ਼ੀਅਲ ਲੈਂਗੁਏਜ ਬਣਾ ਦਿੱਤਾ। ਨਵੇਂ ਕੁਆਇਨ ਬਣਾਏ, ਨਵੀਆਂ ਸੀਲਸ ਬਣਾਈਆਂ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ। ਇਸ ਨੂੰ ਦੇਖਦੇ ਹੋਏ ਬੰਦਾ ਸਿੰਘ ਬਹਾਦਰ ਦਾ ਜੋ ਇਨਫਲੂਐਂਸ ਵੱਧ ਰਿਹਾ ਸੀ, ਆਪਾਂ ਦੇਖੇ 1708 ਦੇ ਵਿੱਚ 7 ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਸੀਗੇ ਬਹਾਦਰ ਸ਼ਾਹ ਨੂੰ ਮਿਲੇ ਸੀਗੇ। ਬਹਾਦਰ ਸ਼ਾਹ ਐਂਪਰੈਸ ਸੀ ਉਸ ਟਾਈਮ। ਇਸ ਨੂੰ ਦੇਖਦੇ ਹੋਏ ਬਹਾਦਰ ਸ਼ਾਹ ਨੇ ਵੱਧਦੇ ਹੋਏ ਇਨਫਲੂਐਂਸ ਨੂੰ ਕਿ ਇੱਕ ਨਵੀਂ ਹੀ ਆਇਡੈਂਟੀਟੀ ਅਤੇ ਨਵੀਂ ਹੀ ਗਵਰਨਮੈਂਟ ਮੇਰੀ ਹੀ ਜੋ ਚਾਰ ਦੀਵਾਰੀ ਹੈ ਜਾਂ ਮੇਰੀ ਬਾਉਂਡਰੀ ਦੇ ਵਿੱਚ ਇੱਕ ਪ੍ਰਫੁੱਲਿਤ ਹੋ ਰਹੀ ਹੈ ਬੰਦਾ ਸਿੰਘ ਬਹਾਦਰ ਦੇ ਨਾਮ ਦੇ ਹੇਠ, ਉਸਨੇ ਕੀ ਹੈ ਇੱਕ ਯਤਨ ਕਰਨੇ ਸਟਾਰਟ ਕਰ ਦਿੱਤੇ ਬੰਦਾ ਸਿੰਘ ਬਹਾਦਰ ਨੂੰ। ਇਸੇ ਦੇ ਰਿਸਪੌਂਸ ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਕਿਲ੍ਹਾ ਬਣਵਾਇਆ ਜੀ ਮੁਖਲਿਸਪੁਰ, ਇਹਨੇ ਆਪਣੀ ਕੈਪੀਟਲ ਬਣਾ ਲਈ ਅਤੇ ਉੱਥੇ ਇਹਨੇ ਕਿਲ੍ਹਾ ਬਣਵਾਇਆ ਲੋਹਗੜ੍ਹ ਨਾਮ ਦਾ ਕਿਲ੍ਹਾ ਇੰਟਰੋਡਿਊਸ ਕੀਤਾ। ਫਿਰ ਉਸ ਤੋਂ ਬਾਅਦ ਬੰਦਾ ਬਹਾਦਰ ਸ਼ਾਹ ਨੇ ਜੋ ਫੋਰਸਿਸ ਭੇਜੀਆਂ, ਉਹਨਾਂ ਨੇ ਲੋਹਗੜ੍ਹ ਨੂੰ ਕੈਪਚਰ ਕਰ ਲਿਆ, ਬਟ ਬੰਦਾ ਸਿੰਘ ਬਹਾਦਰ ਉੱਥੋਂ ਨਿਕਲ ਕੇ ਚਲਾ ਗਿਆ ਅਤੇ ਗੁਰਦਾਸਪੁਰ ਨੰਗਲ ਵਿਖੇ ਦੁਨੀ ਚੰਦ ਦੀ ਹਵੇਲੀ ਦੇ ਵਿੱਚ ਇਹ ਜਾ ਕੇ ਠਹਿਰਿਆ, ਉੱਥੋਂ ਬਚ ਕੇ ਨਿਕਲ ਗਿਆ ਬੰਦਾ ਸਿੰਘ ਬਹਾਦਰ। ਬਟ ਇਸ ਦੇ ਕੋਲ ਕੀ ਸੀਗਾ, ਕਾਫੀ ਜੋ ਰਿਸੋਰਸਿਸ ਸੀ ਬੰਦਾ ਸਿੰਘ ਬਹਾਦਰ ਦੇ, ਜੋ ਫੌਜ ਸੀ ਐਜ਼ ਕੰਪੇਅਰ ਟੂ ਮੁਗਲ ਫੋਰਸ ਸੀਗੀ ਉਸ ਦੇ ਬਹੁਤ ਹੀ ਜ਼ਿਆਦਾ ਘੱਟ ਸੀ। ਹੁਣ ਆਪਾਂ ਔਰੰਗਜ਼ੇਬ ਦੀ ਗੱਲ ਕਰੀਏ, ਜੋ ਇੱਕ ਅੰਪਾਇਰ ਉਹ ਛੱਡ ਕੇ ਗਿਆ ਸੀ, ਆਲਮੋਸਟ 70 to 80% ਇੰਡੀਆ ਉਸਨੇ ਕਵਰ ਕੀਤਾ ਹੋਇਆ ਸੀ, ਉਹ ਬਹਾਦਰ ਸ਼ਾਹ ਦੇ ਕੋਲ ਸੀ। ਜਾਂ ਉਸ ਤੋਂ ਬਾਅਦ ਫਰਕਸ਼ੀਰ ਆਇਆ, ਉਹਦੇ ਕੋਲ ਪੂਰਾ ਅੰਪਾਇਰ ਸੀ, ਇੰਨੇ ਜ਼ਿਆਦਾ ਰਿਸੋਰਸਿਸ ਸੀ, ਐਡੀ ਵੱਡੀ ਫੌਜ ਸੀ। ਅਤੇ ਬਹਾਦਰ ਸ਼ਾਹ ਦੀ ਫੌਜ ਤਾਂ ਬੰਦਾ ਸਿੰਘ ਬਹਾਦਰ ਦੀ ਫੌਜ ਤਾਂ ਉਸ ਦੇ ਕੰਪੈਰੀਜ਼ਨ ਦੇ ਵਿੱਚ ਬਹੁਤ ਹੀ ਜ਼ਿਆਦਾ ਮਾਮੂਲੀ ਸੀ। ਇਸੇ ਕਰਕੇ ਬੰਦਾ ਸਿੰਘ ਬਹਾਦਰ ਦਾ ਇਹਨਾਂ ਸਾਹਮਣੇ ਟਿਕਣਾ ਜ਼ਿਆਦਾ ਲੱਗਦਾ ਪੋਸੀਬਲ ਹੀ ਨਹੀਂ ਸੀ ਕਿ ਇਹ ਏਡੀ ਵੱਡੀ ਫੌਜ ਦਾ ਮੁਕਾਬਲਾ ਕਰ ਸਕਦੇ ਨੇਗੇ। ਫਿਰ ਜੀ ਮੁਗਲਾਂ ਦੀ ਜ਼ਿਆਦਾ ਫੌਜ ਚੜ੍ਹ ਕੇ ਆਈ, ਘੋੜਿਆਂ ਨਾਲ ਹਾਥੀਆਂ ਨਾਲ ਪੂਰੀ ਤਰ੍ਹਾਂ ਚੜ੍ਹ ਕੇ ਆਈ, ਤਾਂ ਮੁਗਲ ਫੋਰਸਿਸ ਜੋ ਫਰਕਸ਼ੀਰ ਦੇ ਅੰਡਰ ਆਈਆਂ ਅਤੇ ਫਰਕਸ਼ੀਰ ਨੇ ਲੀਡ ਕਰਦੇ ਹੋਏ ਮੁਗਲ ਫੋਰਸਿਸ ਨੂੰ ਬੰਦਾ ਸਿੰਘ ਬਹਾਦਰ ਨੂੰ
ਦਸੰਬਰ 1715 ਦੇ ਵਿੱਚ ਕੈਪਚਰ ਕਰ ਲਿਆ ਜੀ। ਇਸ ਨੂੰ ਤੇ ਇਸ ਦੇ ਸਾਥੀਆਂ ਨੂੰ ਫਰਕਸ਼ੀਅਰ ਨੇ ਫੜ ਲਿਆ। ਫੜਨ ਤੋਂ ਬਾਅਦ ਲਾਹੌਰ ਦੇ ਵਿੱਚ ਇਸ ਨੂੰ ਪਰੇਡ ਕਰਕੇ ਲਿਜਾਇਆ ਗਿਆ। ਲਾਹੌਰ ਦੇ ਵਿੱਚ ਪਰੇਡ ਕਰਾਈ ਗਈ, ਹਾਥੀ ਦੇ ਉੱਪਰ ਬਿਠਾ ਕੇ ਪਿੰਜਰਿਆਂ ਵਿੱਚ ਬੰਦ ਕਰਕੇ ਸਿਰ 'ਤੇ ਤਾਜ ਵਗੈਰਾ ਰੱਖ ਕੇ ਲਾਈਕ ਜਲੂਸ ਕਢਾਇਆ ਗਿਆ ਲਾਹੌਰ ਸ਼ਹਿਰ ਦੇ ਵਿੱਚ। ਅਤੇ ਉਸ ਤੋਂ ਬਾਅਦ ਇਸ ਨੂੰ ਦਿੱਲੀ ਸੈਂਡ ਕੀਤਾ ਗਿਆ। ਦਿੱਲੀ 'ਚ ਇਸ ਨੂੰ ਜਿਹੜਾ ਮਕਬਰਾ ਹੈਗਾ ਖਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਦਾ, ਉੱਥੇ ਇਸ ਨੂੰ ਰੱਖਿਆ ਗਿਆ ਅਤੇ ਇਸ ਨੂੰ ਕਿਹਾ ਗਿਆ ਕਿ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰ ਲਓ ਜਾਂ ਫਿਰ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਓਬਵੀਅਸਲੀ ਇਹ ਇਸਲਾਮ ਨਹੀਂ ਕਬੂਲ ਕੀਤਾ ਇਹਨਾਂ ਨੇ। ਸੋ ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਡਲਾਉਣ ਦੇ ਲਈ ਜੋ ਇਹਨਾਂ ਦੇ ਬੇਟੇ ਸੀ ਅਜੇ ਸਿੰਘ, ਛੋਟੇ ਜਿਹੇ 3 ਸਾਲ ਦਾ ਸੁਪੁੱਤਰ ਸੀ, ਉਸ ਨੂੰ ਚੀਰ ਫਾੜ ਕੀਤੀ ਗਈ ਇਹਦੀਆਂ ਅੱਖਾਂ ਦੇ ਸਾਹਮਣੇ। ਉਹਦੀਆਂ ਆਂਦਰਾਂ ਵਗੈਰਾ ਕਲੇਜਾ ਵੱਡਾ ਵਗੈਰਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਗਿਆ। ਫਿਰ ਵੀ ਨਹੀਂ ਜਦੋਂ ਇਹਨਾਂ ਕੁਛ ਡੋਲੇ ਤਾਂ ਬੰਦਾ ਸਿੰਘ ਬਹਾਦਰ ਨੂੰ ਸਲਾਖਾਂ ਦੇ ਨਾਲ ਚੀਰਿਆ ਗਿਆ, ਉਸਦੀਆਂ ਅੱਖਾਂ ਸਲਾਖਾਂ ਦੇ ਨਾਲ ਕੱਢ ਦਿੱਤੀਆਂ ਗਈਆਂ ਅਤੇ ਸਰੀਰ ਦੇ ਅੰਗ ਅੰਗ ਕੱਟ ਕੇ ਉਸਨੂੰ ਮਾਰਿਆ ਗਿਆ ਬੰਦਾ ਸਿੰਘ ਬਹਾਦਰ ਨੂੰ। ਬਟ ਇਸਨੇ ਇਸਲਾਮ ਨੂੰ ਕਬੂਲ ਨਹੀਂ ਕੀਤਾ। ਬੰਦਾ ਸਿੰਘ ਬਹਾਦਰ ਜੀ ਆਖਰਕਾਰ 9 ਜੂਨ 1716 ਨੂੰ ਸ਼ਹੀਦੀ ਪ੍ਰਾਪਤ ਕਰ ਗਏ ਜਾਂ ਚੜ੍ਹਾਈ ਕਰ ਗਏ ਫਰਕਸ਼ੀਅਰ ਦੇ ਟਾਰਚਰਸ ਨੂੰ ਲੈ ਕੇ। ਬੰਦਾ ਸਿੰਘ ਬਹਾਦਰ ਇੱਕ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਇੱਕ ਜੋ ਪ੍ਰੋਮੀਨੈਂਟ ਨੇਮ ਆਪਣੇ ਲਈ ਬੰਦਾ ਸਿੰਘ ਬਹਾਦਰ ਹੈ, ਜੋ ਸਿੱਖਾਂ ਨੂੰ ਲੀਡ ਕਰ ਰਹੇ ਸੀ, ਜਿਸ ਉੱਪਰ ਸਿੱਖ ਦੇਖ ਰਹੇ ਸੀ ਵੀ ਕਿ ਕੁਛ ਆਪਾਂ ਅੱਗੇ ਚੱਲ ਕੇ ਕੀ ਕਰੀਏ, ਕਿਵੇਂ ਕਰਨਾ। ਉਹ ਹੁਣ ਨਾਮ ਤੁਹਾਡਾ 1716 ਦੇ ਵਿੱਚ ਐਗਜ਼ਿਸਟ ਕਰਨੋਂ ਹਟ ਗਿਆ। ਹੁਣ ਸਿੱਖਾਂ ਦੇ ਲਵੇ ਕੁਛ ਵੀ ਨਹੀਂ ਆ, ਨਾ ਕੋਈ ਲੀਡ ਕਰਨ ਵਾਲਾ, ਨਾ ਕੁਛ ਇੱਦਾਂ ਦਾ ਹੋਰ ਹੈਗਾ ਕਿ ਇੱਕ ਸੁਸਾਇਟੀ ਜੋ ਤੁਸੀਂ ਜਾਂ ਕਹਿੰਦਾ ਭਾਵ ਇੱਕ ਟੈਂਪਰੇਰੀ ਕਿੰਗਡਮ ਤੁਸੀਂ ਇਸਟੈਬਲਿਸ਼ ਕੀਤਾ ਸੀ, ਉਹ ਵੀ ਖਾਰਜ ਹੋ ਗਿਆ। ਹੁਣ ਸਿੱਖ ਤੋਂ ਦੁਬਾਰਾ ਫਿਰ ਤਿੱਤਰ ਬਿੱਤਰ ਹੋ ਗਏ, ਇਕੱਲੇ ਹੋ ਗਏ ਅਤੇ ਇਹਨਾਂ ਲਵੇ ਕੋਈ ਲੀਡਰ ਨਾ ਬਚਿਆ। ਇਸ ਤੋਂ ਬਾਅਦ ਆਪਣੇ ਲਵੇ ਮੁਗਲ ਐਂਪਰਰ ਦੇ ਜਿਹੜੇ ਇਹ ਕੰਮ ਸੀਗੇ, ਆਪਾਂ ਦੇਖ ਰਹੇ ਹਾਂ ਕਿ ਫਰਕਸ਼ੀਅਰ ਹੈਗਾ ਜਾਂ ਬਹਾਦਰ ਸ਼ਾਹ ਤੋਂ ਔਰੰਗਜ਼ੇਬ ਤੋਂ ਬਾਅਦ ਮੁਗਲ ਐਂਪਾਇਰ ਸੀ ਡਿਕਲਾਈਨ ਹੋਣ ਲੱਗ ਗਿਆ। ਅਤੇ ਉਹ ਚਾਹੇ ਫਰਕਸ਼ੀਅਰ ਹੋ ਗਿਆ, ਬਹਾਦਰ ਸ਼ਾਹ ਹੋ ਗਏ, ਜਿਹੜੇ ਵੀ ਹੋ ਗਏ, ਤਾਂ ਬੇਸਿਕਲੀ ਲੋਕ ਉਹਨਾਂ ਦੇ ਨਾਲ ਖਾਰ ਖਾਣ ਲੱਗ ਗਏ। ਅਤੇ ਲੋਕ ਵੀ ਫਿਰ ਇਸ ਤੋਂ ਬਾਅਦ ਇਹ ਏਰੀਆ ਦੇ ਵਿੱਚ ਪੰਜਾਬ ਸਰਹੰਦ ਏਰੀਆ ਦੇ ਵਿੱਚ ਲਾਹੌਰ ਹੋ ਗਿਆ, ਸਿੱਖਾਂ ਦੀ ਮਦਦ ਕਰਨ ਲੱਗੇ ਅਤੇ ਇਹ ਇੱਕ ਲੋਕਾਂ ਦੀ ਲੜਾਈ ਬਣ ਗਈ ਮੁਗਲਾਂ ਦੇ ਖਿਲਾਫ। ਇਸੇ ਦੇ ਚੱਲਦੇ ਹੋਏ ਸਿੱਖਾਂ ਨੇ ਆਪਣੀਆਂ ਜੋ ਸੈਂਟਰ ਸੀਗੇ ਇਕੱਠੇ ਹੋ ਕੇ ਇੱਕ ਸੈਂਟਰ ਬਣਾਉਣੇ ਸ਼ੁਰੂ ਕਰ ਦਿੱਤੇ ਕਿ ਇੱਥੇ ਮਿਲਿਆ ਕਰਾਂਗੇ, ਜਿਹਦੇ ਵਿੱਚ ਹਰਿਮੰਦਰ ਸਾਹਿਬ ਆਇਆ ਅਤੇ ਇਹਨਾਂ ਨੇ ਹਰਿਮੰਦਰ ਸਾਹਿਬ 'ਤੇ ਕਬਜ਼ਾ ਕਰਕੇ ਭਾਈ ਮਨੀ ਸਿੰਘ ਨੂੰ ਉਹਦਾ ਚਾਰਜ ਦੇ ਦਿੱਤਾ। ਭਾਈ ਮਨੀ ਸਿੰਘ ਨੂੰ ਹਰਿਮੰਦਰ ਸਾਹਿਬ ਦਾ ਚਾਰਜ ਦੇ ਦਿੱਤਾ ਕਿ ਤੁਸੀਂ ਇੱਥੋਂ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿਓ। ਅਤੇ ਇਸ ਤੋਂ ਬਾਅਦ ਜੇ ਸਿੱਖਾਂ ਨੇ ਇੱਕ ਹੋਰ ਕੰਮ ਕੀਤਾ ਕਿ ਅੱਜ ਤੋਂ ਬਾਅਦ ਅਸੀਂ ਇਕੱਠੇ ਹੋਇਆ ਕਰਾਂਗੇ, ਸਾਰੇ ਗੱਲਬਾਤ ਕਰਿਆ ਕਰਾਂਗੇ, ਸਾਰਾ ਸਿੱਖ ਪੰਥ ਇਕੱਠਾ ਹੋਇਆ ਕਰੇਗਾ ਦੀਵਾਲੀ ਅਤੇ ਵਿਸਾਖੀ ਨੂੰ। ਕਿੱਥੇ ਇਕੱਠਾ ਹੋਇਆ ਕਰੇਗਾ? ਹਰਿਮੰਦਰ ਸਾਹਿਬ ਜਾਂ ਅੰਮ੍ਰਿਤਸਰ ਵਿਖੇ। ਹਰ ਸਾਲ ਅਸੀਂ ਦੀਵਾਲੀ ਅਤੇ ਵਿਸਾਖੀ 'ਤੇ ਇਕੱਠੇ ਹੋਵਾਂਗੇ ਅਤੇ ਇਹਨੂੰ ਬੋਲਿਆ ਜਾਏਗਾ ਸਰਬੱਤ ਖਾਲਸਾ। ਜੋ ਆਪਾਂ ਸਰਬੱਤ ਖਾਲਸਾ ਅੱਜ ਕੱਲ੍ਹ ਸੁਣਦੇ ਆਂਗੇ, ਇਹ ਕੰਸੈਪਟ ਤੁਹਾਡਾ ਬੇਸਿਕਲੀ ਉਸ ਟਾਈਮ 'ਤੇ ਆਇਆ ਸੀ ਜਦੋਂ ਸਿੱਖਾਂ ਦਾ ਕੋਈ ਲੀਡਰ ਨਹੀਂ ਸੀ। ਜਦੋਂ ਸਿੱਖਾਂ ਨੂੰ ਕੋਈ ਲੀਡ ਕਰਨ ਵਾਲਾ ਨਹੀਂ ਹੁੰਦਾ ਜਾਂ ਇੱਦਾਂ ਦਾ ਕੁਛ ਸਿੱਖੀਜ਼ਮ ਦੇ ਵਿੱਚ ਕੋਈ ਡਿਸੀਜ਼ਨਸ ਲੈਣੇ ਹੁੰਦੇ ਨੇ ਜੋ ਬਹੁਤ ਮਹੱਤਵਪੂਰਨ ਹੁੰਦੇ ਨੇ, ਤਾਂ ਸਰਬੱਤ ਖਾਲਸਾ ਨੂੰ ਬੁਲਾਇਆ ਜਾਂਦਾ, ਜਿਹਦੇ ਵਿੱਚ ਸਾਰੇ ਦੇ ਸਾਰੇ ਸਿੱਖ ਸਮੂਲੀਅਤ ਬਾਹਰਲੇ ਦੇਸ਼ਾਂ ਵਿੱਚ ਜਿੰਨੇ ਵੀ ਸਿੱਖੀਜ਼ਮ ਨਾਲ ਰਿਲੇਟਡ ਨੇ ਜਾਂ ਸਿੱਖ ਪੰਥ ਨੂੰ ਮੰਨਦੇ ਨੇ, ਉਹ ਇਕੱਠੇ ਹੁੰਦੇ ਨੇ ਜਿੱਥੇ ਸਰਬੱਤ ਖਾਲਸਾ ਬੁਲਾਇਆ ਜਾਵੇ। ਇਸੇ ਤਰ੍ਹਾਂ ਜੀ ਇਹ ਸਰਬੱਤ ਖਾਲਸਾ ਹੋਣ ਲੱਗਿਆ ਅਤੇ ਇਹਨਾਂ ਦੇ ਵਿੱਚੋਂ ਇਹ ਚੀਜ਼ਾਂ ਦੇਖਦੇ ਹੋਏ ਜੋ ਆਪਣੇ ਕੋਲ ਲਾਹੌਰ ਦਾ ਗਵਰਨਰ ਸੀ, ਮੁਗਲ ਗਵਰਨਰ, ਉਸ ਦਾ ਨਾਮ ਸੀ ਜੀ ਜ਼ਕਰੀਆ ਖਾਨ। ਜ਼ਕਰੀਆ ਖਾਨ ਇਸ ਨੇ ਬਹੁਤ ਜ਼ਿਆਦਾ ਕਹਿ ਲਓ ਤੁਸੀਂ ਉਪਰਾਲੇ ਕੀਤੇ ਜਾਂ ਅਟੈਂਪਟਸ ਕੀਤੇ ਕਿ ਸਿੱਖਾਂ ਨੂੰ ਕੰਟਰੋਲ ਦੇ ਵਿੱਚ ਰੱਖਿਆ ਜਾਵੇ, ਬਟ ਇਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਗਿਆ ਸੀ, ਬਿਕੋਜ਼ ਇਹਨਾਂ ਲਵੇ ਹੁਣ ਲੀਡਰ ਨਹੀਂ ਸੀ ਅਤੇ ਛੋਟੇ ਛੋਟੇ ਜਥੇ ਬਣੇ ਹੋਏ ਸੀ ਆਪੋ ਆਪ ਦੇ, ਅਤੇ ਇਹ ਆਉਂਦੇ ਸੀ, ਇਹ ਜ਼ਿਆਦਾ ਗੁਰਿੱਲਾ ਟੈਕਟਿਕਸ ਬਣਾਉਂਦੇ ਸੀ ਕਿ ਗੁਰਿੱਲਾ ਵਾਰਫੇਅਰ ਕਰਦੇ ਸੀ, ਆਉਂਦੇ ਸੀ ਹਮਲਾ ਕਰਕੇ ਵਾਪਸ ਚਲੇ ਜਾਂਦੇ, ਲੁੱਟਰ ਪਰੰਡਰ ਕਰਕੇ ਵਾਪਸ ਚਲੇ ਜਾਂਦੇ, ਇੱਕਦਮ ਆਉਂਦੇ। ਅਤੇ ਇਹਦੇ ਨਾਲ ਕੋਈ ਤੁਸੀਂ ਗੁਰਿੱਲਾ ਜੋ ਵਾਰਫੇਅਰ ਹੈ ਉਹਦੇ ਨਾਲ ਤੁਸੀਂ ਕਦੇ ਵੀ ਇੱਕ ਵੱਡੀ ਫੌਜ ਦੇ ਨਾਲ ਲੜ ਨਹੀਂ ਸਕਦੇ, ਲੜ ਨਹੀਂ ਪਾਓਗੇ, ਕਿਉਂਕਿ ਗੁਰਿੱਲਾ ਟੈਕਟਿਕਸ ਹੀ ਇੱਦਾਂ ਦੀ ਹੈ, ਇੱਕਦਮ ਉਹ ਅਟੈਕ ਕਰਕੇ ਵਾਪਸ ਮੁੜ ਜਾਓ। ਇਹਦੇ ਲਈ ਵੱਡੀ ਫੌਜ ਵੀ ਨਾਕਾਮਯਾਬ ਹੁੰਦੀ ਹੈ। ਈਵਨ ਕਿ ਵੱਡੀ ਫੌਜ ਦਾ ਜ਼ਿਆਦਾ ਨੁਕਸਾਨ ਹੁੰਦਾ ਜਦੋਂ ਸੈਟਲ ਹੁੰਦੀ ਹੈ, ਉਸਦੇ ਉੱਪਰ ਇੱਕਦਮ ਗੁਰਿੱਲਾ ਅਟੈਕ ਹੋ ਗਿਆ ਅਤੇ ਇੱਕਦਮ ਵਾਪਸ ਚਲੀ ਗਈ।
ਤੇ ਵੱਡੀ ਜੋ ਲੜਾਈ ਹੋਗੀ ਫੌਜ ਦੇ ਨਾਲ, ਉਹ ਬੈਟਲਸ ਤੁਹਾਡੀਆਂ ਸਾਲਾਂ ਤੱਕ ਵੀ ਚੱਲ ਸਕਦੀਆਂ, ਈਵਨ ਕਿ ਲੜਾਈਆਂ ਵੀ ਕਈ ਦਿਨਾਂ ਤੱਕ, ਮਹੀਨਿਆਂ ਤੱਕ ਚੱਲ ਸਕਦੀਆਂ ਨੇ। ਬਟ ਗੁਰਿੱਲਾ ਵਾਰਫੇਅਰ ਦੇ ਨਾਲ ਤੁਸੀਂ ਅਗਰ ਵੱਡੀ ਫੌਜ ਹੋਊਗੀ ਤਾਂ ਗੁਰਿੱਲਾ ਵਾਰਫੇਅਰ ਬਹੁਤ ਹੀ ਥੋੜ੍ਹੇ ਦਿਨਾਂ ਦੇ ਜਾਂ ਬਹੁਤ ਹੀ ਥੋੜ੍ਹੇ ਅਟੈਂਪਟਸ ਦੇ ਵਿੱਚ ਤੁਸੀਂ ਵੱਡੀ ਫੌਜ ਦਾ ਵੀ ਨੁਕਸਾਨ ਕਰ ਸਕਦੇ ਹੋ। ਜ਼ਕਰੀਆ ਖਾਨ ਨੇ ਦੇਖਿਆ ਕਿ ਇਹ ਬੰਦੇ ਹੱਥ 'ਚ ਤਾਂ ਆ ਨਹੀਂ ਰਹੇ, ਜਿੰਨੇ ਵੀ ਅਟੈਂਪਟਸ ਕਰਕੇ ਦੇਖ ਲਏ, ਤਾਂ ਉਹਨਾਂ ਨੇ ਮਿੱਠੀ ਗੋਲੀ ਦੀ ਇੱਕ ਪਾਲਿਸੀ ਅਪਣਾਈ, ਸ਼ੂਗਰ ਦੀ ਪਾਲਿਸੀ ਅਪਣਾਈ, ਜਿਹਦੇ ਵਿੱਚ ਸ਼ੂਗਰ ਜਾਂ ਕੈਰਟ ਆਪਾਂ ਕਹਿੰਦੇ ਹੁੰਦੇ ਉਹਨੂੰ। ਉਸ ਦੇ ਇਹਨਾਂ ਨੇ ਇੱਕ ਪਾਲਿਸੀ ਬਣਾਈ, ਉਹਨਾਂ ਨੇ ਕਹਿਤਾ, ਕਹਿੰਦੇ ਠੀਕ ਹੈ ਜੀ, ਅਸੀਂ ਤੁਹਾਨੂੰ ਮੰਨਦੇ ਹਾਂ ਵੀ ਤੁਹਾਡੀ ਇੱਥੇ ਆਇਡੈਂਟੀਟੀ ਹੈ ਪੰਜਾਬ ਦੇ ਵਿੱਚ, ਠੀਕ ਹੈ, ਅਸੀਂ ਉਸ ਨੂੰ ਨਹੀਂ ਨਕਾਰਦੇ, ਤੁਸੀਂ ਆਓ ਸਾਡੇ ਕੋਰਟ ਦੇ ਵਿੱਚ ਆਓ, ਸਾਡੀਆਂ ਗੱਲਾਂ ਸੁਣੋ, ਸਾਡੇ ਨਾਲ ਰਹਿਣਾ ਸ਼ੁਰੂ ਕਰੋ ਤੁਸੀਂ, ਅਸੀਂ ਤੁਹਾਨੂੰ ਜਗੀਰਾਂ ਦੇਵਾਂਗੇ। ਇਹ ਫੈਸਲਾ ਲੈਣ ਦੇ ਲਈ ਇੱਕ ਵਾਰ ਫਿਰ ਤੋਂ ਸਰਬੱਤ ਖਾਲਸਾ ਬੁਲਾਇਆ ਗਿਆ। ਕਹਿੰਦੇ ਚਲੋ ਜੀ, ਜ਼ਕਰੀਆ ਖਾਨ ਨੇ ਬੁਲਾਇਆ ਗਾ, ਉਹਨੇ ਕੁਛ ਗੱਲ ਕਰਨੀ ਹੈ, ਦੱਸੋ ਕੀ ਕਰੀਏ। ਉਹ ਕਹਿੰਦੇ ਜੀ ਸਾਨੂੰ ਇੱਦਾਂ ਕਰਕੇ ਤੁਹਾਨੂੰ ਮੈਂ ਉਪਾਧੀਆਂ ਦੇਵਾਂਗਾ, ਮੇਰੇ ਕੋਰਟ ਦੇ ਵਿੱਚ ਰਹੋ, ਬਟ ਮੇਰੇ ਤੁਸੀਂ ਨੁਕਸਾਨ ਨਾ ਕਰੋ ਮੇਰਾ ਇੱਦਾਂ ਦਾ, ਮੇਰੇ ਕੋਰਟ ਦੇ ਵਿੱਚ ਰਹੋ, ਤੁਹਾਨੂੰ ਪ੍ਰੋਟੈਕਸ਼ਨ ਮਿਲੂਗੀ, ਤੁਸੀਂ ਇੱਦਾਂ ਆਪਦੀਆਂ ਜੋ ਕਹਿ ਰਹੇ ਹੋ ਇੱਕ ਅਥਾਰਟੀ ਇਸਟੈਬਲਿਸ਼ ਨਾ ਕਰੋ ਮੇਰੇ ਹੀ ਅੰਡਰ, ਤੁਸੀਂ ਇੱਕ ਮੇਰੇ ਕੋਰਟ ਦੇ ਵਿੱਚ ਰਹਿ ਕੇ ਮੇਰੇ ਨਾਲ ਇੱਕ ਭਾਈਚਾਰੇ ਦੇ ਵਿੱਚ ਤੁਸੀਂ ਚੱਲੋ। ਜ਼ਕਰੀਆ ਖਾਨ ਨੇ ਮਿੱਠੀ ਗੋਲੀ ਦੇਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਕੀ ਕਿਹਾ, ਆਓ ਜੀ, ਕਹਿੰਦਾ ਮੈਂ ਤੁਹਾਨੂੰ ਉਪਾਧੀਆਂ ਦਿੰਦਾ, ਮੈਂ ਤੁਹਾਨੂੰ ਨਵਾਬ ਦੀਆਂ ਉਪਾਧੀਆਂ ਦਿੰਦਾ, ਜਿਹਦੇ ਨਾਲ ਤੁਹਾਨੂੰ ਜਗੀਰਾਂ ਵੀ ਮਿਲਣਗੀਆਂ, ਨਵਾਬ ਵੀ ਕਿਹਾ ਕਰਾਂਗੇ। ਸਰਬੱਤ ਖਾਲਸਾ ਨੇ ਡਿਸਾਈਡ ਕੀਤਾ, ਕਹਿੰਦੇ ਠੀਕ ਹੈ ਜੀ, ਚਲੋ ਜਿਵੇਂ ਤੁਹਾਡੀ ਇੱਛਾ ਦੇਣੀ ਆ ਦਿਓ ਉਪਾਧੀ। ਇਹਨਾਂ ਨੇ ਕੀਤਾ ਕਪੂਰ ਸਿੰਘ। ਬੰਦਾ ਸਿੰਘ ਬਹਾਦਰ ਤੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਆਪਣੇ ਲਈ ਦੋ ਬੜੇ ਨਾਮ ਬੜੇ ਇੰਪੋਰਟੈਂਟ ਆਉਂਦੇ ਨੇ ਸਿੱਖਾਂ ਦੇ ਵਿੱਚ, ਜਿਨ੍ਹਾਂ ਨੇ ਕਹਿ ਸਕਦੇ ਹੋ ਕਿ ਆਲਮੋਸਟ ਤੇ ਜਦੋਂ ਸਿੱਖ ਪੰਥ ਬਿਲਕੁਲ ਖਤਮ ਹੋਣ ਦੀ ਕਗਾਰ 'ਤੇ ਸੀ, 50% ਆਬਾਦੀ ਸਿੱਖਾਂ ਦੀ ਮਾਰ ਦਿੱਤੀ ਗਈ ਸੀ ਵੱਡੇ ਘੱਲੂਘਾਰੇ ਦੇ ਵਿੱਚ, ਉਸ ਤੋਂ ਬਾਅਦ ਇਹਨਾਂ ਨੂੰ ਬਚਾਉਣ ਵਾਲੇ ਸਿਰਫ ਦੋ ਨਾਮ ਨੇਗੇ, ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ। ਇਹਨਾਂ ਦੋਹਾਂ ਨੇ ਜੀ ਸਿੱਖ ਪੰਥ ਨੂੰ 1718ਵੀਂ ਸਦੀ ਦੇ ਵਿੱਚ ਇਹਨਾਂ ਦੋਹਾਂ ਨੇ ਸਿੱਖ ਪੰਥ ਨੂੰ ਬਚਾ ਕੇ ਰੱਖਿਆ ਤੇ ਇਹਨਾਂ ਦੀ ਐਗਜ਼ਿਸਟੈਂਸ ਨਾਲ ਹੀ ਅੱਗੇ ਇਹ ਵੱਧਦਾ ਗਿਆ। ਉਸ ਤੋਂ ਬਾਅਦ ਆਪਾਂ ਦੇਖਾਂਗੇ ਬਹੁਤ ਹੀ ਸਿੱਖੀਜ਼ਮ ਦਾ ਬਹੁਤ ਹੀ ਵੱਡਾ ਇੱਕ ਤੁਸੀਂ ਕਹਿ ਸਕਦੇ ਹੋ ਇੱਕ ਫਲਰਿਸ਼ਿੰਗ ਪੀਰੀਅਡ ਆਇਆ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ। ਚਲੋ ਜੀ, ਇਹਨਾਂ ਨੂੰ ਕਹਿੰਦਾ ਜੀ ਤੁਹਾਨੂੰ ਉਪਾਧੀ ਦੇਵਾਂਗੇ, ਕਪੂਰ ਸਿੰਘ ਭੇਜਦਾ, ਇਹਨਾਂ ਨੂੰ ਬਣਾ ਦਿੱਤਾ ਨਵਾਬ ਕਪੂਰ ਸਿੰਘ। ਕਪੂਰ ਸਿੰਘ ਬਹੁਤ ਹੀ ਜ਼ਿਆਦਾ ਇੰਟੈਲੈਕਚੁਅਲ ਤੇ ਸਿਆਣੇ ਇਨਸਾਨ ਸੀਗੇ। ਉਹਨਾਂ ਨੇ ਜਿੰਨਾ ਟਾਈਮ ਉਹ ਉਸਦੇ ਕੋਰਟ ਦੇ ਵਿੱਚ ਰਹੇ, ਨਵਾਬ ਰਹੇ, ਜਿੰਨੀਆਂ ਉਹਨੂੰ ਜਗੀਰਦਾਰੀਆਂ ਦਿੱਤੀਆਂ ਗਈਆਂ ਸੀ ਉਹਨਾਂ ਦਾ ਭਰਪੂਰ ਇਸਤੇਮਾਲ ਕੀਤਾ ਤੇ ਉਹ ਇਸਤੇਮਾਲ ਉਹਨਾਂ ਨੇ ਸਿੱਖੀਜ਼ਮ ਦੇ ਜੋ ਕਹਿਣ ਦਾ ਭਾਵ ਇੱਕ ਸੈਕਟ ਸੀਗਾ ਉਹਨਾਂ ਨੂੰ ਇਕੱਠੇ ਕਰਨ ਦੇ ਲਈ ਉਹਨਾਂ ਨੇ ਉਪਰਾਲੇ ਕੀਤੇ ਤੇ ਜਿੰਨਾ ਇਹਨਾਂ ਲਈ ਜਗੀਰਾਂ ਆਉਂਦੀਆਂ ਸੀ ਜਾਂ ਕੁਛ ਰੈਵਨਿਊ ਜਨਰੇਟ ਹੁੰਦਾ ਸੀ ਉਹਨੂੰ ਸਿੱਖੀਜ਼ਮ ਨੂੰ ਕੰਬਾਈਨ ਕਰਨ ਦੇ ਲਈ ਜੋੜਨ ਦੇ ਲਈ ਇਹਨਾਂ ਨੇ ਬਣਾਇਆ ਤੇ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਦੇ ਹੇਠ ਤਿਆਰ ਹੋਇਆ ਜੀ। ਇੱਕ ਸੀਗੇ ਤਰੁਣਾ ਦਲ, ਇੱਕ ਸੀ ਬੁੱਢਾ ਦਲ। ਅੱਜ ਵੀ ਆਪਣੇ ਲਈ ਨਿਹੰਗਾਂ ਦੇ ਵਿੱਚ ਤੁਸੀਂ ਦੇਖੋਗੇ ਇਹ ਦਲ ਪਾਏ ਜਾਂਦੇ ਨੇਗੇ। ਤਰੁਣਾ ਦਲ ਸੀਗੇ, ਇਹਨਾਂ ਨੂੰ ਲੜਾਈਆਂ ਲਈ ਰੱਖਿਆ ਗਿਆ, ਇਹਨਾਂ ਨੂੰ ਰੱਖਿਆ ਗਿਆ ਗੁਰਦੁਆਰਿਆਂ ਦੀ ਰਾਖੀ ਦੇ ਲਈ। ਗੁਰਦੁਆਰੇ ਹੋਏ, ਕੋਈ ਹੋਰ ਸੈਕਰਡ ਸਥਾਨ ਹੋ ਗਏ, ਇੱਦਾਂ ਦੇ ਲਈ ਜੋ ਰਾਖੀ ਕਰਨਗੇ ਜੀ। ਬੁੱਢਾ ਦਲ ਵਾਲੇ ਰਾਖੀ ਕਰਨਗੇ ਇਹਨਾਂ ਚੀਜ਼ਾਂ ਦੀ। ਲੜਾਈ ਦੀ ਜ਼ਰੂਰਤ ਪਊਗੀ, ਕਿਤੇ ਆ ਕੇ ਹਮਲੇ ਕਰਨੇ ਨੇ, ਕਿਤੇ ਆ ਕੇ ਡਿਫੈਂਸ ਕਰਨਾ ਤੁਸੀਂ, ਜਾਂ ਕਿਤੇ ਕਿਸੇ ਫੌਜ ਨਾਲ ਲੜਨਾ ਤਾਂ ਤਰੁਣਾ ਦਲ। ਇਹਨਾਂ ਦੋ ਦਲਾਂ ਨੂੰ ਡਿਵਾਈਡ ਕਰ ਦਿੱਤਾ ਨਵਾਬ ਕਪੂਰ ਸਿੰਘ ਨੇ ਜੀ। ਇਸ ਤੋਂ ਬਾਅਦ ਯੂਜ਼ ਕਰਦੇ ਹੋਏ ਇਹਨਾਂ ਨੇ ਜੋ ਇਹਨਾਂ ਨੂੰ ਨਵਾਬੀ ਮਿਲੀ ਸੀ, ਇਸੇ ਯੂਜ਼ ਕਰਦੇ ਹੋਏ ਜੋ ਪੂਰਾ ਚੰਗੀ ਤਰ੍ਹਾਂ ਇੱਕ ਫਾਰਮ ਕਰ ਲਿਆ ਇਹਨਾਂ ਨੇ। ਕਹਿਣ ਦਾ ਭਾਵ ਇੱਕ ਆਰਗੇਨਾਈਜੇਸ਼ਨ ਦੁਬਾਰਾ ਐਸਟੈਬਲਿਸ਼ ਹੋ ਗਈ ਤੇ ਇੱਕ ਆਰਡਰ ਵੀ ਇਹਨਾਂ ਨੇ ਸਿੱਖੀਜ਼ਮ ਦੇ ਵਿੱਚ ਲਿਆਂਦਾ। ਤਾਂ ਇਸੇ ਦੇ ਚੱਲਦੇ ਹੋਏ ਜ਼ਕਰੀਆ ਖਾਨ ਤੇ ਨਵਾਬ ਕਪੂਰ ਸਿੰਘ ਦਾ ਜੋ ਕੰਪੈਕਟ ਸੀਗਾ, ਜੋ ਇਹਨਾਂ ਨੇ ਅਗਰੀਮੈਂਟ ਕੀਤਾ ਸੀ ਕਿ ਇੱਦਾਂ ਇੱਦਾਂ ਠੀਕ ਹੈ ਜੀ ਤੁਸੀਂ ਰਹੋ, ਉਹ ਟੁੱਟ ਗਿਆ। ਟੁੱਟਣ ਤੋਂ ਬਾਅਦ 1735 ਦੇ ਵਿੱਚ ਜੀ ਇਹਨਾਂ ਦਾ ਉਹ ਪੈਕਟ ਸੀ ਉਹ ਜਿਹੜਾ ਸੀ ਟੁੱਟ ਗਿਆ। ਤਾਂ ਇਹਨਾਂ ਨੇ ਭਾਈ ਮਨੀ ਸਿੰਘ ਜੋ ਹੈੱਡ ਰੱਖੇ ਹੋਏ ਸੀ ਹਰਿਮੰਦਰ ਸਾਹਿਬ ਦੇ, ਉਹਨਾਂ ਨੂੰ ਕੈਪਚਰ ਕਰਕੇ ਇਹਨਾਂ ਨੂੰ ਐਗਜ਼ੀਕਿਊਟ ਕਰਵਾ ਦਿੱਤਾ। ਜਿੱਦਾਂ ਆਪਾਂ ਦੇਖਿਆ ਕਿ ਬੰਦ ਕੱਟਿਆ ਗਿਆ, ਇਹਨਾਂ ਨੂੰ ਮਾਰ ਦਿੱਤਾ ਗਿਆ ਭਾਈ ਮਨੀ ਸਿੰਘ ਨੂੰ। ਤੇ ਇਸ ਦੇ ਨਾਲ ਕਿਸੇ ਪੂਰੇ ਸਿੱਖ ਜੋ ਲੋਕ ਸੀਗੇ ਜਾਂ ਸਿੱਖੀਜ਼ਮ ਦੀ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਰੋਹ ਫੈਲ ਗਿਆ ਤੇ ਜ਼ਕਰੀਆ ਖਾਨ ਦੇ ਇੱਕ ਵਾਰ ਫਿਰ ਤੋਂ ਕਿਸੇ ਸਿੱਖ ਖਿਲਾਫ ਹੋ ਗਏ। ਕਹਿੰਦੇ ਚਲੋ ਠੀਕ ਹੈ ਜੀ, ਐਂ ਚੱਲਣਾ, ਇਸੇ ਡੰਡੀ ਤੇ ਚੱਲਣਾ, ਚਲੋ ਭਜਦਿਆਂ ਨੂੰ ਰਾਹ ਇੱਕੋ ਜਿਹੇ, ਦੇਖਦੇ ਹਾਂ ਕੀ ਬਣਦਾ। ਭਾਈ ਮਨੀ ਸਿੰਘ ਦੀ ਮੌਤ ਤੋਂ ਬਾਅਦ ਆਪਣੇ ਲਈ 1738 ਦੇ ਵਿੱਚ ਨਾਦਰ ਸ਼ਾਹ ਨੇ ਪੰਜਾਬ ਦੇ ਵਿੱਚ ਇਨਵੇਡ ਕੀਤਾ।
ਬੇਸਿਕਲੀ ਦਿੱਲੀ ਵੱਲ ਗਿਆ ਸੀ ਉਹ, ਬਟ ਪੰਜਾਬ ਪਹਿਲਾਂ ਆਉਂਦਾ ਤਾਂ ਪੰਜਾਬ ਤੇ ਹਮਲਾ ਕੀਤਾ ਜੀ ਨਾਦਰ ਸ਼ਾਹ ਨੇ। ਤਾਂ ਫਿਰ ਇੱਥੇ ਕੀ ਹੋਇਆ, ਜਦੋਂ ਨਾਦਰ ਸ਼ਾਹ ਲੁੱਟਰ ਪਰੰਡਰ ਕਰਕੇ ਜਿੱਤ ਕੇ ਵਾਪਸ ਜਾ ਰਿਹਾ ਸੀ ਤਾਂ ਜਿਨ੍ਹਾਂ ਨੇ ਕੀ ਕੀਤਾ, ਜੋ ਦਲ ਖਾਲਸਾ ਸੀ ਆਪਣਾ ਤਰੁਣਾ ਦਲ ਬੁੱਢਾ ਦਲ, ਨਾਦਰ ਸ਼ਾਹ ਨੂੰ ਲੰਘਦੇ ਨੂੰ ਇਹਨਾਂ ਨੇ ਘੇਰ ਲਿਆ। ਘੇਰ ਕੇ ਜਿੰਨਾ ਵੀ ਇਹਨਾਂ ਨੇ ਲੁੱਟਰ ਪਰੰਡਰ ਕੀਤੀ ਸੀ ਇਹਨਾਂ ਨੇ ਨਾਦਰ ਸ਼ਾਹ ਨੂੰ ਲੁੱਟ ਲਿਆ। ਨਾਦਰ ਸ਼ਾਹ ਇੱਥੋਂ ਲੁੱਟ ਕੇ ਜਾ ਰਿਹਾ ਸੀ, ਇਹਨਾਂ ਨੇ ਨਾਦਰ ਸ਼ਾਹ ਨੂੰ ਲੁੱਟ ਲਿਆ। ਸੋ ਬੇਸਿਕਲੀ ਚੋਰਾਂ ਨੂੰ ਪੈ ਗਏ ਮੋਰ। ਇਸ ਦੇ ਨਾਲ ਕੀ ਹੋਇਆ, ਨਾਦਰ ਸ਼ਾਹ ਨੇ ਵਾਰਨ ਕੀਤਾ ਜ਼ਕਰੀਆ ਖਾਨ ਨੂੰ, ਕਹਿੰਦਾ ਜੇ ਤੂੰ ਇਹਨਾਂ ਦਾ ਹੱਲ ਨਾ ਕੀਤਾ ਤਾਂ ਤੇਰੀ ਖੈਰ ਨਹੀਂ ਹੈ, ਬਿਕੋਜ਼ ਇਹਨਾਂ ਨੇ ਕਾਫੀ ਜ਼ਿਆਦਾ ਨੁਕਸਾਨ ਸੀ ਜੋ ਨਾਦਰ ਸ਼ਾਹ ਨੂੰ ਪਹੁੰਚਾਇਆ ਸੀ। ਜ਼ਕਰੀਆ ਖਾਨ ਨੇ ਜੀ ਮਾਰਨਿੰਗ ਨੂੰ ਨਾਦਰ ਸ਼ਾਹ ਜੀ ਨੂੰ ਸੀਰੀਅਸ ਲਿਆ ਅਤੇ ਉਸਨੇ ਕੀ ਕੀਤਾ, ਡੱਲੇਵਾਲ ਦਾ ਜੋ ਇਹਨਾਂ ਦਾ ਫੋਰਟ ਸੀਗਾ ਤਰੁਣਾ ਦਲ ਬੁੱਢਾ ਦਲ ਖਾਲਸਾ ਦਾ, ਉਸ ਨੂੰ ਕੈਪਚਰ ਕਰ ਲਿਆ ਅਤੇ ਉਸ ਨੂੰ ਉਡਾ ਦਿੱਤਾ। ਅਤੇ ਇਸ ਤੋਂ ਬਾਅਦ ਕਾਫੀ ਜ਼ਿਆਦਾ ਸਿੱਖ ਇਹਨਾਂ ਨੇ ਕੈਪਚਰ ਕਰਨੇ ਸ਼ੁਰੂ ਕਰ ਦਿੱਤੇ। ਜਿੱਥੇ ਵੀ ਇਹਨਾਂ ਨੂੰ ਮਿਲਦੇ ਉਹਨਾਂ ਨੂੰ ਫੜ ਕੇ ਪਿੰਡਾਂ ਦੇ ਵਿੱਚੋਂ ਜਾਂ ਗਲੀਆਂ ਦੇ ਵਿੱਚ ਜਿੱਥੇ ਮਿਲਦੇ ਫੜ ਕੇ ਉਹਨਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਗਲ ਵੱਢੇ ਜਾਣ ਲੱਗੇ, ਸਿਰ ਵੱਢ ਕੇ ਜਾਣ ਲੱਗੇ। ਪੂਰੀ ਇਹਨਾਂ ਦੀ ਇੱਕ ਬੋਲੀ, ਇੱਕ ਜਲੂਸ ਵਾਂਗ ਲੱਗਦਾ, ਡੇਲੀ ਸਿੱਖ ਲਿਆਤੇ ਜਾਂਦੇ ਅਤੇ ਉਹਨਾਂ ਦੇ ਗਲ ਵੱਢੇ ਜਾਂਦੇ ਪੂਰੀ ਸੱਥ ਦੇ ਵਿੱਚ। ਇਸ ਤਰ੍ਹਾਂ ਦਾ ਸਿਸਟਮ ਚੱਲਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਜ਼ਕਰੀਆ ਖਾਨ ਦੀ ਡੈਥ ਹੋ ਗਈ ਜੀ 1745 ਦੇ ਵਿੱਚ। ਉਸ ਤੋਂ ਬਾਅਦ ਉਸ ਦਾ ਬੇਟਾ ਆਇਆ ਯਹੀਆ ਖਾਨ। ਯਹੀਆ ਖਾਨ ਦੇ ਆਉਣ ਤੋਂ ਬਾਅਦ ਜੀ, ਜਿਸ ਤਰ੍ਹਾਂ ਆਪਾਂ ਜ਼ਕਰੀਆ ਖਾਨ ਨੂੰ ਦੇਖਿਆ, ਸੇਮ ਹੀ ਕੰਸੈਪਟ ਯਹੀਆ ਖਾਨ ਦਾ ਸੀ। ਉਹ ਵੀ ਇਸ ਤਰ੍ਹਾਂ ਦਾ ਹੀ ਇਨਸਾਨ ਸੀ। ਸਿੱਖਾਂ ਨੇ ਉਸ ਦੇ ਵਿੱਚ ਕੀ ਕੀਤਾ, ਲਾਹੌਰ ਦਾ ਜੋ ਦੀਵਾਨ ਸੀ ਲਖਪਤ ਰਾਏ, ਉਸ ਨੂੰ ਕਤਲ ਕਰ ਦਿੱਤਾ ਅਤੇ ਇਸ ਨੇ ਯਹੀਆ ਖਾਨ ਨੂੰ ਟ੍ਰਿਗਰ ਕਰ ਦਿੱਤਾ, ਗੁੱਸੇ ਦੇ ਵਿੱਚ ਲਿਆ ਦਿੱਤਾ। ਤਾਂ ਉਹਨੇ ਬਹੁਤ ਹੀ ਵੱਡੀ ਆਰਮੀ ਲੈ ਕੇ, ਜੋ ਸਿੱਖਾਂ ਦਾ ਇੱਕ ਡੇਰਾ ਬਣਿਆ ਹੋਇਆ ਸੀ ਜਾਂ ਇੱਕ ਕਹਿਣ ਦਾ ਭਾਵ ਉਹਨਾਂ ਦੀ ਸਥਾਈ ਬਣੀ ਹੋਈ ਸੀ, ਉੱਥੇ ਇਹਨਾਂ ਨੂੰ ਕਾਹਨੂੰਵਾਨ ਜਿਹੜਾ ਗੁਰਦਾਸਪੁਰ ਕੋਲ ਨੇੜੇ ਆ, ਉੱਥੇ ਇਹਨਾਂ ਨੂੰ ਘੇਰ ਲਿਆ। ਘੇਰ ਕੇ ਬਹੁਤ ਹੀ ਵੱਡਾ ਸਲੌਟਰ ਕੀਤਾ ਗਿਆ, ਵੱਢੇ ਗਏ, ਵਿੱਚ ਬੁੜੀਆਂ ਜਵਾਕ ਸਾਰੇ ਇਹਨਾਂ ਨੇ ਉੱਥੇ ਵੱਢੇ। ਅਤੇ ਉਸ ਨੂੰ ਆਪਾਂ ਅੱਜ ਕੱਲ੍ਹ ਜਾਣਦੇ ਹਾਂ ਜੀ, ਉਸ ਸਲੌਟਰ ਦੇ ਵਿੱਚ ਘੱਟੋ ਘੱਟ 10,000 ਸਿੱਖ ਮਾਰੇ ਗਏ ਅਤੇ ਉਹਨੂੰ ਬੋਲਿਆ ਜਾਂਦਾ ਜੀ ਛੋਟਾ ਘੱਲੂਘਾਰਾ। ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਜੰਗਲ, ਗੁਰਦਾਸਪੁਰ ਜ਼ਿਲ੍ਹਾ। ਯਹੀਆ ਖਾਨ ਲੀਡ ਕਰ ਰਿਹਾ ਸੀ, 10,000 ਦੇ ਕਰੀਬ ਉੱਥੇ ਸਿੱਖ ਮਾਰੇ ਗਏ ਜੀ। ਇਹ ਹੋਇਆ 1 ਤੇ 2 ਮਈ 1746 ਨੂੰ। 1-2 ਮਈ 1746 ਦੇ ਵਿੱਚ ਛੋਟਾ ਘੱਲੂਘਾਰਾ ਹੋਇਆ। ਇਸ ਤੋਂ ਬਾਅਦ ਜੋ ਵੱਡਾ ਘੱਲੂਘਾਰਾ ਹੋਇਆ ਉਹ 1762 ਦੇ ਵਿੱਚ ਹੋਇਆ ਸੀ, ਉਹ ਆਪਾਂ ਦੇਖਾਂਗੇ। ਅਤੇ ਇਸ ਦੀ ਯਾਦਗਾਰ ਦੇ ਵਿੱਚ ਪੰਜਾਬ ਸਰਕਾਰ ਨੇ ਉੱਥੇ ਮੀਨਾਰ ਵੀ ਬਣਵਾਇਆ ਹੋਇਆ ਗਾ। ਕਰੰਟ ਅਫੇਅਰ ਦਾ ਇਸ਼ੂ ਤਾਂ ਨਹੀਂ ਹੈ, ਬਟ ਕਿ ਕਾਫੀ ਟਾਈਮ ਹੋ ਗਿਆ, ਬਾਕੀ ਇੰਪੋਰਟੈਂਟ ਫੈਕਟਰ ਤੁਸੀਂ ਰੱਖ ਸਕਦੇ ਹੋ। ਇਸ ਤੋਂ ਬਾਅਦ ਕੀ ਹੋਇਆ ਜੀ, ਛੋਟੇ ਘੱਲੂਘਾਰੇ ਤੋਂ ਬਾਅਦ ਫਿਰ ਸਿੱਖ ਉੱਭਰੇ ਅਤੇ ਇਹਨਾਂ ਨੇ ਫਿਰ ਥੋੜ੍ਹੀ ਪਾਵਰ ਜਨਰੇਟ ਸ਼ੁਰੂ ਕਰਨੀ ਕੀਤੀ। ਤਾਂ ਇਸ ਤੋਂ ਬਾਅਦ ਨਾਦਰ ਸ਼ਾਹ ਤੋਂ ਬਾਅਦ ਆਉਣ ਲੱਗ ਗਿਆ ਜੀ ਹਮਲੇ ਕਰਨ ਅਹਿਮਦ ਸ਼ਾਹ ਅਬਦਾਲੀ। 1748 ਦੇ ਵਿੱਚ ਆਪਣੇ ਲਈ 10 ਸਾਲਾਂ ਬਾਅਦ ਅਹਿਮਦ ਸ਼ਾਹ ਅਬਦਾਲੀ ਆਇਆ। ਅਬਦਾਲੀ ਦੇ ਆਉਣ ਤੋਂ ਬਾਅਦ ਜੀ ਇਹਨਾਂ ਦੀ ਜੋ ਆਪਸ ਦੇ ਵਿੱਚ ਲੜਾਈ ਚੱਲ ਰਹੀ ਸੀ, ਮੀਰ ਮੰਨੂ ਨਾਲ ਚੱਲ ਰਹੀ ਸੀ, ਜੋ ਵੀ ਇਹਨਾਂ ਦੇ ਰੌਲੇ ਸੀ, ਇਹਨਾਂ ਦਾ ਫਾਇਦਾ ਚੁੱਕਦੇ ਹੋਏ ਇੱਕ ਵਾਰ ਫਿਰ ਤੋਂ ਸਰਬੱਤ ਖਾਲਸਾ ਬੁਲਾਇਆ ਗਿਆ। ਸਰਬੱਤ ਖਾਲਸਾ ਬੁਲਾ ਕੇ ਉੱਥੇ ਆਪਣੇ ਲਈ ਬੋਡੀ ਆਰਗੇਨਾਈਜ਼ ਕੀਤੀ ਗਈ, ਦਲ ਖਾਲਸਾ। ਇਹਦੇ ਵਿੱਚ ਆਪਣੇ ਲਈ ਬੋਡੀ ਆ ਗਈ ਜੀ ਦਲ ਖਾਲਸਾ। ਸਾਰਿਆਂ ਜੋ ਆਪਣੇ ਸੈਕਟ ਹੋਏ ਸੀ, ਤਰੁਣਾ ਦਲ ਜਾਂ ਬੁੱਢਾ ਦਲ ਸੀ, ਉਹਨਾਂ ਨੂੰ ਇਕੱਠੇ ਕਰਕੇ ਇਕੱਠਾ ਕਰ ਲਿਆ ਗਿਆ ਦੁਬਾਰਾ ਤੋਂ। ਦਲ ਖਾਲਸਾ 1748 ਦੇ ਵਿੱਚ ਆਪਣੇ ਲਈ ਫਾਰਮ ਹੋ ਗਿਆ ਅਤੇ ਇਹ ਕਮਾਂਡ ਕਿਹਦੇ ਹੇਠ ਆ ਗਈ, ਜੱਸਾ ਸਿੰਘ ਆਹਲੂਵਾਲੀਆ ਦੇ ਕਮਾਂਡ ਦੇ ਹੇਠ ਦਲ ਖਾਲਸਾ ਆ ਗਿਆ ਅਤੇ ਕਮਾਂਡਰ ਜੱਸਾ ਸਿੰਘ ਆਹਲੂਵਾਲੀਆ ਸੀ। ਉਸ ਤੋਂ ਬਾਅਦ ਦਲ ਨੂੰ ਇਸਨੇ 11 ਯੂਨਿਟਾਂ ਦੇ ਵਿੱਚ ਵੰਡ ਦਿੱਤਾ, ਜਿਹਨੂੰ ਆਪਾਂ ਕਹਿੰਦੇ ਹਾਂ 11 ਮਿਸਲਾਂ। 11 ਮਿਸਲਾਂ ਦੇ ਵਿੱਚ ਵੰਡਣ ਤੋਂ ਬਾਅਦ ਆਪਾਂ ਅੱਗੇ ਜਾ ਕੇ ਦੇਖਾਂਗੇ ਜੋ ਆਪਾਂ ਮਿਸਲਾਂ ਕੀਤੇ ਸੀ, ਐਕਚੁਅਲ ਦੇ ਵਿੱਚ 12 ਸੀ, ਬਟ ਉਦੋਂ 11 ਦੇ ਵਿੱਚ ਡਿਵਾਈਡ ਹੋਇਆ ਸੀ ਇਹ। ਦਲ ਖਾਲਸਾ ਨੇ ਜੀ ਆਪਣੀ ਅਥਾਰਟੀ ਇਸਟੈਬਲਿਸ਼ ਕਰ ਲਈ ਪੰਜਾਬ ਦੇ ਵਿੱਚ। ਅਤੇ ਜਦੋਂ ਇਹਨਾਂ ਨੇ ਕੀ ਕੀਤਾ, ਅਹਿਮਦ ਸ਼ਾਹ ਅਬਦਾਲੀ ਵੀ ਆਉਂਦਾ ਜਾਂਦਾ ਸੀ ਤਾਂ ਉਸ ਨੂੰ ਵੀ ਉਹਦੇ ਜੋ ਲੁੱਟਰ ਪਰੰਡਰ ਕਰਦੇ ਸੀ ਉਹ, ਉਸ ਨੂੰ ਵੀ ਦੁਬਾਰਾ ਇਹ ਲੁੱਟ ਲੈਂਦੇ ਸੀ। ਅਹਿਮਦ ਸ਼ਾਹ ਅਬਦਾਲੀ ਨੂੰ ਵੀ ਜਿੰਨੇ ਵੀ ਹਮਲੇ ਕੀਤੇ, ਕਈ ਵਾਰ ਉਹ ਜੋ ਲੁੱਟਰ, ਕਈ ਜਿਹਦੇ ਇੰਸੀਡੈਂਟ ਦੇ ਵਿੱਚ ਦੇਖਿਆ ਕਿ ਇੱਥੋਂ ਇੰਡੀਆ ਤੋਂ ਹਿੰਦੂ ਕੁੜੀਆਂ ਲੈ ਕੇ ਜਾਂਦਾ ਜੀ ਸਲੇਵਰੀ ਦੇ ਲਈ, ਉਹ ਅਫਗਾਨ ਦੇ ਵਿੱਚ ਜਾਂ ਪਰਸ਼ੀਆ ਦੇ ਵਿੱਚ ਵੇਚਣ ਦੇ ਲਈ। ਅਤੇ ਉਹ ਵੀ ਜੱਸਾ ਸਿੰਘ ਆਹਲੂਵਾਲੀਆ ਨੇ, ਜਿਹਦੇ ਲਈ ਕਾਫੀ ਜ਼ਿਆਦਾ ਨਾਂ ਪ੍ਰਸਿੱਧ ਹਿੰਦੂਆਂ ਦੇ ਵਿੱਚ ਵੀ ਹੈ, ਜੱਸਾ ਸਿੰਘ ਆਹਲੂਵਾਲੀਆ ਨੇ ਛੜਾਈਆਂ। ਕਾਫੀ ਜ਼ਿਆਦਾ ਇਹਨਾਂ ਨੇ ਜੋ ਕਿ ਪ੍ਰੋਟੈਕਸ਼ਨ ਇੱਕ ਫੋਰਸ ਦਾ ਕੰਮ ਕੀਤਾ ਜੱਸਾ ਸਿੰਘ ਆਹਲੂਵਾਲੀਆ ਨੇ, ਅਤੇ ਕਮਾਂਡ ਕਰਦੇ ਹੋਏ ਦਲ ਖਾਲਸਾ ਨੂੰ ਨਾਲ ਲੈ ਕੇ।
ਅਬਦਾਲੀ ਇਹਨਾਂ ਦੇ ਜੋ ਲਗਾਤਾਰ ਹੋ ਰਹੇ ਹਮਲੇ ਸੀ ਲੁੱਟਰ ਪਲੰਡਰ ਦੇ, ਉਸ ਤੋਂ ਕਾफ़ी ਜ਼ਿਆਦਾ ਤੰਗ ਆ ਗਿਆ ਸੀ। ਤਾਂ ਫਿਰ ਅਬਦਾਲੀ ਨੇ ਇੱਕ ਡਿਸੀਜਨ ਇਹੀ ਲਿਆ ਕਿ ਬਾਕੀ ਦੀਆਂ ਲੜਾਈਆਂ ਫਿਰ ਦੇਖੋ, ਪਹਿਲਾਂ ਇਹਨਾਂ ਨਾਲ ਹੀ ਨਿਬੜਦੇ ਹਾਂ। ਤਾਂ ਅਬਦਾਲੀ ਨੇ ਕਿ ਮਲੇਰ ਕੋਟਲਾ ਦੇ ਕੋਲੇ ਕੁਪਰਹੇੜਾ ਦੇ ਸਥਾਨ ਉੱਪਰ ਸਿੱਖਾਂ ਨੂੰ ਘੇਰ ਲਿਆ ਜੀ। ਅਬਦਾਲੀ ਦੀ ਫੌਜ ਬਹੁਤ ਹੀ ਜ਼ਿਆਦਾ ਵੱਡੀ ਸੀ ਤੇ ਉੱਥੇ ਹੋਏ ਹੌਲੋਕਾਸਟ ਦੇ ਵਿੱਚ ਜਾਂ ਘੱਲੂਘਾਰੇ ਦੇ ਵਿੱਚ ਘੱਟੋ ਘੱਟ 20,000 ਤੋਂ 50,000 ਸਿੱਖ ਸੀ ਜੋ ਮਾਰ ਦਿੱਤੇ ਗਏ। ਤੇ ਆਪਾਂ ਇਹਨੂੰ ਜਾਣਦੇ ਹਾਂ ਜੀ ਵੱਡਾ ਘੱਲੂਘਾਰਾ ਦੇ ਨਾਮ ਦੇ ਨਾਲ। ਇਹ ਹੈ ਜੀ ਵੱਡਾ ਘੱਲੂਘਾਰਾ, ਜਿਸ ਦੇ ਵਿੱਚ 20 ਤੋਂ 50,000 ਸਿੱਖ ਸੀ ਜੋ ਮਾਰ ਦਿੱਤੇ ਗਏ। ਫੈਬਰਰੀ 1762 ਦੇ ਵਿੱਚ ਇਹ ਚੀਜ਼ ਹੋਈ। ਫਰਵਰੀ 1762 ਦੀ ਇਹ ਘਟਨਾ ਗੀ। ਕੁਪਰਹੇੜਾ ਮਲੇਰਕੋਟਲਾ ਦੇ ਕੋਲ ਪਾਇਆ ਜਾਂਦਾ। ਇਹਦੇ ਵਿੱਚ ਸਿੱਖਾਂ ਤੇ ਅਬਦਾਲੀ ਸ਼ਾਹ ਅਹਿਮਦ ਸ਼ਾਹ ਅਬਦਾਲੀ ਸੀ, ਇਹਨਾਂ ਦੀ ਲੜਾਈ ਹੋਈ। ਅਹਿਮਦ ਸ਼ਾਹ ਅਬਦਾਲੀ ਦੀ ਬਹੁਤ ਹੀ ਜ਼ਿਆਦਾ ਵੱਡੀ ਫੌਜ ਸੀ। 20 ਤੋਂ 50,000 ਸਿੱਖ ਸੀ ਜੋ ਕਤਲ ਕਰ ਦਿੱਤੇ ਗਏ। ਤੇ ਉਸ ਟਾਈਮ ਦੀ ਐਸਟੀਮੇਟਡ ਤੁਸੀਂ ਕਹਿ ਸਕਦੇ ਹੋ ਕਿ 50% ਜੋ ਸਿੱਖ ਲੋਕ ਸੀ, ਜਿਹੜੀ ਆਬਾਦੀ ਸੀ 50%, ਟੋਟਲ ਦੇ ਵਿੱਚੋਂ 50% ਨੂੰ ਉਸ ਟਾਈਮ ਦੇ ਉੱਪਰ ਖਤਮ ਕਰ ਦਿੱਤਾ। ਖਤਮ ਕਰਨ ਤੋਂ ਬਾਅਦ ਜੀ ਅਬਦਾਲੀ ਨੇ ਕੀ ਕੀਤਾ, ਸਰਹੰਦ ਦੇ ਉੱਪਰ ਆਪਣਾ ਇੱਕ ਕਮਾਂਡਰ ਛੱਡ ਦਿੱਤਾ, ਸੂਬੇਦਾਰ ਛੱਡ ਦਿੱਤਾ ਤੇ ਆਪ ਉਹ ਖੁਦ ਚਲਾ ਗਿਆ। ਜੱਸਾ ਸਿੰਘ ਆਹਲੂਵਾਲੀਆ ਨੇ ਫਿਰ ਤੋਂ ਕੀ ਕੀਤਾ, ਇਕੱਠੇ ਕੀਤੇ ਜਿੰਨੇ ਵੀ ਬਚੇ ਸੀ ਸਿੱਖ, ਉਹਨਾਂ ਨੂੰ ਇਕੱਠੇ ਕਰਕੇ ਵਧੀਆ ਕਮਾਂਡਰ ਸੀ, ਇੱਕ ਬਹੁਤ ਹੀ ਵਧੀਆ ਕਮਾਂਡਰ ਸੀਗਾ, ਉਹਨਾਂ ਨੂੰ ਨਾਲ ਲੈ ਕੇ ਉਸਨੇ ਸਰਹੰਦ ਦੇ ਉੱਪਰ ਫਿਰ ਤੋਂ ਅਟੈਕ ਕੀਤਾ ਤੇ ਉਹਦਾ ਕਮਾਂਡਰ ਸੀ ਜੋ ਜੱਸਾ ਸਰਹੰਦ ਦਾ, ਉਸ ਨੂੰ ਹਰਾ ਦਿੱਤਾ, ਹਰਾ ਕੇ ਉਹਨੂੰ ਭਜਾ ਦਿੱਤਾ ਜਾਂ ਮਾਰ ਦਿੱਤਾ। ਬੇਸਿਕਲੀ ਇਹਨਾਂ ਨੇ ਸਰਹੰਦ ਨੂੰ ਦੁਬਾਰਾ ਤੋਂ ਕੈਪਚਰ ਕਰ ਲਿਆ। ਤੁਸੀਂ ਦੇਖ ਸਕਦੇ ਹੋ ਵੱਡਾ ਘੱਲੂਘਾਰਾ 50% ਤਾਦਾਦ ਤੁਹਾਡੀ ਖਤਮ ਹੋ ਚੁੱਕੀ ਹੈ। 50% ਦਾ ਤੁਸੀਂ ਵੱਡਾ ਰਿਸਕ ਲੈ ਕੇ, ਜੱਸਾ ਸਿੰਘ ਆਹਲੂਵਾਲੀਆ ਇੱਦਾਂ ਦਾ ਕਮਾਂਡਰ 50% ਦਾ ਵੱਡਾ ਰਿਸਕ ਲੈ ਕੇ ਉਸਨੇ ਫਿਰ ਤੋਂ ਇੱਕ ਕੈਪਚਰ ਕੀਤਾ। ਇੱਕ ਉਹਨੇ ਜੋ ਕਹਿ ਸਕਦੇ ਹੋ ਕਿ ਇੱਕ ਸੂਝਵਾਨੀ ਦੀ ਗੱਲ ਕੀਤੀ ਕਿ ਜਾਂ ਤਾਂ ਤੁਸੀਂ 50% 'ਤੇ ਇੱਕ ਹੋਰ ਹਮਲਾ ਹੋਊਗਾ ਤਾਂ ਟੋਟਲੀ ਖਤਮ ਹੋ ਜੂ, ਜਾਂ ਤੁਸੀਂ ਮਾੜਾ ਮੋਟਾ ਰਿਸਕ ਲੈ ਕੇ ਇੱਕ ਵਾਰ ਫਿਰ ਤੋਂ ਅਥਾਰਟੀ ਸਟੈਬਲਿਸ਼ ਕਰਕੇ ਇੱਕ ਆਪਣੀ ਨਵੀਂ ਪਹਿਚਾਣ ਤੁਸੀਂ ਰੱਖ ਸਕਦੇ ਹੋ। ਉਹ ਜੱਸਾ ਸਿੰਘ ਆਹਲੂਵਾਲੀਆ ਨੇ ਕੀਤੀ ਤੇ ਸਰਹੰਦ ਨੂੰ ਇਹਨਾਂ ਨੇ ਕੈਪਚਰ ਕਰ ਲਿਆ। ਜੋ ਉਹਦਾ ਕਮਾਂਡਰ ਇਨ ਚੀਫ ਸੀ ਉਹਨੂੰ ਡਿਫੀਟ ਕਰਕੇ ਜੀ। ਇਸ ਤੋਂ ਬਾਅਦ ਇਹਨਾਂ ਨੇ ਸੇਮ ਈਅਰ ਦੇ ਵਿੱਚ ਅਹਿਮਦ ਸ਼ਾਹ ਨੂੰ ਵੀ ਅੰਮ੍ਰਿਤਸਰ ਦੀ ਲੜਾਈ ਦੇ ਵਿੱਚ ਇਹਨਾਂ ਨੇ ਹਰਾ ਦਿੱਤਾ। ਉਸ ਤੋਂ ਬਾਅਦ ਫਿਰ ਲੜਾਈ ਹੋਈ। ਇਹਨਾਂ ਨੇ ਉਸੇ ਸਾਲ ਦੇ ਵਿੱਚ ਜੋ ਸਰਹੰਦ ਕੈਪਚਰ ਕੀਤਾ, ਉਸੇ ਸਾਲ ਦੇ ਵਿੱਚ ਅਹਿਮਦ ਸ਼ਾਹ ਨੂੰ ਵੀ ਇਸੇ ਕਮਾਂਡਰ ਦੇ ਵਿੱਚ ਕਮਾਂਡਿੰਗ ਦੇ ਵਿੱਚ ਇਹਨਾਂ ਨੇ ਹਰਾ ਦਿੱਤਾ। ਉਸ ਤੋਂ ਬਾਅਦ ਜੀ ਇਹ ਚੱਲਦੇ ਹੋਏ ਫਿਰ ਜੋ ਸਿੱਖੀਜ਼ਮ ਸੀ ਜਾਂ ਦਲ ਖਾਲਸਾ ਸੀ, ਫਿਰ ਇਹਨਾਂ ਨੇ ਰੁਕੇ ਨਹੀਂ ਇਹ। ਫਿਰ ਉਸ ਤੋਂ ਬਾਅਦ ਇਹ ਲਗਾਤਾਰ ਵੱਧਦੇ ਗਏ। ਆਪਣੇ ਜੋ ਆਪਾਂ ਦੇਖਿਆ 11 ਮਿਸਲਾਂ ਇਹਨਾਂ ਦੀਆਂ ਬਣੀਆਂ ਸੀ, ਜਾਂ 11 ਯੂਨਿਟ ਆ ਜੋ ਸੀ 12 ਮਿਸਲਾਂ ਦੇ ਵਿੱਚ ਐਕਚੁਅਲ ਦੇ ਵਿੱਚ ਇਹ ਕਨਵਰਟ ਹੋ ਗਿਆ ਸੀ। ਇਹ ਉਸ ਤੋਂ ਬਾਅਦ ਰੁਕੇ ਨਹੀਂ ਇਹਨਾਂ ਨੇ। ਇਸ ਤੋਂ ਬਾਅਦ ਇਹਨਾਂ ਨੇ ਅੱਗੇ ਚੱਲਣਾ ਸ਼ੁਰੂ ਕਰ ਦਿੱਤਾ ਤੇ ਜਿੱਥੇ ਵੀ ਇਹ ਜਾਂਦੇ, ਜਿੱਦਾਂ ਇਹਨਾਂ ਨੇ ਯਮੁਨਾ ਤੱਕ, ਇੰਡਸ ਤੱਕ ਇਹਨਾਂ ਨੇ ਜੋ ਆਪੋ ਆਪਣੇ ਕਬਜ਼ੇ ਸਟੈਬਲਿਸ਼ ਕਰ ਲਏ। ਜੋ ਮਿਸਲਾਂ ਸੀ ਉਹਨਾਂ ਨੂੰ ਆਪੋ ਆਪਣੀਆਂ ਦੂਰ ਦੂਰ ਤੱਕ ਜਿੱਥੇ ਉਹ ਪਹੁੰਚੇ, ਆਪੋ ਆਪਣੇ ਗਰੁੱਪਸ ਨਾਲ, ਆਪੋ ਆਪਣੇ ਜੱਥਿਆਂ ਨਾਲ ਯਮੁਨਾ ਤੋਂ ਲੈ ਕੇ ਇੰਡਸ ਤੱਕ ਇਹਨਾਂ ਨੇ ਕਾਫੀ ਜ਼ਿਆਦਾ ਭਾਗ ਸੀ ਜੋ ਕੈਪਚਰ ਕਰ ਲਏ। ਬਟ ਉਸ ਤੋਂ ਬਾਅਦ ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ 1783 ਦੇ ਵਿੱਚ ਡੈਥ ਹੋ ਗਈ ਤੇ ਨਵਾਬ ਕਪੂਰ ਸਿੰਘ ਦੀ ਵੀ ਡੈਥ ਹੋ ਗਈ, ਤਾਂ ਇਹਨਾਂ ਦੇ ਫਿਰ ਤੋਂ ਉੱਪਰ ਕੋਈ ਕਮਾਂਡਰ ਨਹੀਂ ਸੀ। ਜੱਸਾ ਸਿੰਘ ਆਹਲੂਵਾਲੀਆ ਐਂਡ ਨਵਾਬ ਕਪੂਰ ਸਿੰਘ ਦੀ ਡੈਥ ਤੋਂ ਬਾਅਦ ਸੀ ਜੋ ਇਹ ਮਿਸਲਾਂ ਸੀ ਇਹ ਅੱਗੇ ਨਿਕਲ ਕੇ ਆਈਆਂ। ਜੋ ਇਹ ਜਥੇ ਅੱਡ ਅੱਡ ਬਣਾਏ ਹੋਏ ਸੀ, ਇਹਨਾਂ ਨੇ ਆਪੋ ਆਪਣੀ ਅੱਡ ਅਥਾਰਟੀ ਐਸਟੈਬਲਿਸ਼ ਕਰ ਲਈ। ਇਹਨਾਂ ਨੇ ਫਿਰ ਕੋਈ ਕਮਾਂਡਰ ਨਹੀਂ ਰੱਖਿਆ, ਉੱਪਰ ਕੁਛ ਨਹੀਂ ਰੱਖਿਆ। ਜਿੱਥੇ ਜਿੱਥੇ ਇਹਨਾਂ ਦੇ ਕਬਜ਼ੇ ਸੀ ਇਹਨਾਂ ਨੇ ਆਪੋ ਆਪਣੇ ਕਬਜ਼ੇ ਸਟੈਬਲਿਸ਼ ਕਰ ਲਏ ਤੇ ਇਹਨਾਂ ਨੇ ਜੋ ਪਹਾੜਾਂ ਨਾਲ ਲੱਗਦੇ ਏਰੀਏ ਸੀਗੇ ਉੱਥੇ ਸਪੈਸ਼ਲ ਜਥੇਦਾਰ ਲਗਾ ਦਿੱਤੇ ਪ੍ਰੋਟੈਕਸ਼ਨ ਦੇ ਲਈ, ਤੇ ਬਾਕੀ ਦੀਆਂ ਮਿਸਲਾਂ ਇੱਕ ਦੂਜੇ ਨਾਲ ਰਲ ਕੇ ਕੰਮ ਕਰਨ ਲੱਗੀਆਂ। ਇਹ ਅੱਜ ਦੇ ਵਿੱਚ ਆਪਾਂ ਇੰਨਾ ਹੀ ਦੇਖਾਂਗੇ ਜੋ ਆਪਣੇ ਲਈ ਘੱਲੂਘਾਰਾ ਹੋਏ, 2 ਛੋਟੇ ਵੱਡੇ ਘੱਲੂਘਾਰੇ ਤੇ ਬੰਦਾ ਸਿੰਘ ਬਹਾਦਰ। ਕੱਲ੍ਹ ਦੇ ਲੈਕਚਰ ਦੇ ਵਿੱਚ ਆਪਾਂ ਸਿੱਖ ਮਿਸਲਾਂ ਨੂੰ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਜਾਣਦੇ ਹੋਏ ਐਂਗਲੋ ਸਿੱਖ ਵਾਰਸ ਨੂੰ ਖਤਮ ਕਰਕੇ ਪੰਜਾਬ ਹਿਸਟਰੀ ਨੂੰ ਜੀ ਖਤਮ ਕਰਾਂਗੇ। ਕਿਸੇ ਵੀ ਤੁਹਾਨੂੰ ਇੱਥੇ ਟੌਪਿਕ ਦੇ ਵਿੱਚ ਡਾਊਟ ਹੋਵੇ ਜਾਂ ਕੋਈ ਕੁਐਸਚਨ ਆਉਂਦਾ ਹੋਵੇ ਜਾਂ ਪਿਛਲੇ ਪ੍ਰੀਵੀਅਸ ਲੈਕਚਰ ਦੇ ਵਿੱਚ ਇੱਦਾਂ ਦਾ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਸੋ ਬੇਸਿਕਲੀ ਅੱਜ ਦੇ ਲਈ ਇੰਨਾ ਹੀ। ਧੰਨਵਾਦ।